कोरोना तो शायद लोग बच जाण, पर ਜਿਹੜੇ ਭੁੱਖ ਨਾਲ ਲੋਕ ਮਰਨਗੇ ਉਹਨਾਂ ਦਾ ਕੋਈ ਇਲਾਜ ਨਹੀਂ। ਬੱਸਾਂ ਤਾਂ ਭਰ ਕੇ ਚੱਲਣਗੀਆਂ ਪੰਜਾਬ ਦੀਆਂ, ਪਰ 5 ਬੰਦੇ ਤੁਸੀਂ ਇਕੱਠੇ ਨਹੀਂ ਹੋ ਸਕਦੇ। ਇਹਨੂੰ ਖੁੱਲੇ ਥਾਣੇ ਤੇ ਖੁੱਲੀ ਜੇਲ੍ਹ 'ਚ ਬਦਲ ਦੇਣਾ। ਤੁਸੀਂ ਪੰਜਾਬੀਆਂ ਦੀ ਅਣਖ ਤੇ ਪੰਜਾਬੀਆਂ ਦੀ ਸੋਝੀ ਮਾਰਨਾ ਚਾਹੁੰਦੇ ਹੋ, ਦੋਨੋਂ ਚੀਜ਼ਾਂ। ਕੇਂਦਰ ਵਿੱਚ ਬੀਜੇਪੀ ਨਾਲ ਅੱਟੀ ਸੱਟੀ ਲਾ ਕੇ ਇਹੋ ਜਿਹਾ ਕੁਝ ਕਰ ਰਹੀ ਹੈ, ਤੁਹਾਨੂੰ ਇਹ ਜਾਪਦਾ? ਪਰ ਜਦੋਂ ਦੇਸ਼ ਆ ਕੇ ਫਸ ਗਿਆ ਹੁਣ ਇਸ ਸੰਕਟ ਦੇ ਵਿੱਚ, ਹੁਣ ਕਹਿੰਦੇ ਸੂਬੇ ਆਪਣਾ ਆਪਣਾ ਸੋਚਣ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਕੋਵਿਡ-19 ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਹਾਲਾਤ ਭਾਵੇਂ ਸਾਜ਼ਗਾਰ ਨਹੀਂ ਹਨ, ਪਰ ਜਿਸ ਤਰ੍ਹਾਂ ਆਮ ਲਾਈਫ ਸ਼ੁਰੂ ਹੋ ਚੁੱਕੀ ਹੈ, ਜ਼ਿੰਦਗੀ ਫਿਰ ਆਪਣੀ ਤਰਜ਼ ਰਫ਼ਤਾਰ ਫੜਦੀ ਜਾ ਰਹੀ ਹੈ। ਮਾਲਸ ਖੁੱਲ੍ਹੇ ਨੇ, ਦੁਕਾਨਾਂ ਖੁੱਲ੍ਹੀਆਂ ਨੇ, ਬਹੁਤੇ ਅਦਾਰੇ ਵੀ ਖੁੱਲ੍ਹ ਗਏ ਨੇ, ਭਾਵੇਂ ਉਹਨਾਂ ਵਿੱਚ ਮੁਲਾਜ਼ਮਾਂ ਦੀ ਜਾਂ ਗਿਣਤੀ ਭਾਵੇਂ ਘੱਟ ਰੱਖੀ ਜਾ ਰਹੀ ਹੈ, ਪਰ ਫਿਰ ਵੀ ਬਹੁਤ ਸਾਰਾ ਕੁਝ ਖੁੱਲ੍ਹ ਗਿਆ ਹੈ। ਪਰ ਹੁਣ ਪੰਜਾਬ ਸਰਕਾਰ ਨੇ ਨਵੇਂ ਸਿਰਿਓਂ ਕੁਝ ਪਾਬੰਦੀਆਂ ਆਇਦ ਕੀਤੀਆਂ ਹਨ, ਜਿਸ ਤਰ੍ਹਾਂ ਕਿ 5 ਬੰਦੇ ਇੱਕ ਥਾਂ ਇਕੱਠੇ, 5 ਤੋਂ ਵੱਧ ਨਹੀਂ ਇਕੱਠੇ ਹੋ ਸਕਦੇ। ਵਿਆਹ ਸ਼ਾਦੀਆਂ ਦੇ ਪ੍ਰੋਗਰਾਮਾਂ ਵਿੱਚ ਪਹਿਲਾਂ ਜਿਹੜੀ ਸੀਮਾ 50 ਬੰਦੇ ਰੱਖੀ ਗਈ ਸੀ, ਉਹ ਹੁਣ 30 ਕਰ ਦਿੱਤੀ ਗਈ ਹੈ, ਤੇ ਇੱਕ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਦਫਾ 144 ਲਾਗੂ ਕਰ ਦਿੱਤੀ ਗਈ ਹੈ। ਬੇਸ਼ੱਕ ਪੰਜਾਬ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਮੌਤਾਂ ਵੀ ਵੱਧ ਰਹੀਆਂ ਨੇ, ਪਰ ਜਦੋਂ ਬਾਕੀ ਦੁਕਾਨਾਂ, ਮਾਲਸ ਖੁੱਲ੍ਹੇ ਹਨ, ਤਾਂ ਕੀ ਇਹ ਜਨਤਕ ਜੀਵਨ ਵਿੱਚ ਸਰਕਾਰ ਦੀ ਦਖਲ ਅੰਦਾਜ਼ੀ ਨਹੀਂ ਹੈ? ਤੇ ਇਸ ਦਾ ਕੀ ਅਸਰ ਪਏਗਾ ਆਮ ਲੋਕਾਂ ਦੇ ਦੁੱਖ ਤਕਲੀਫ ਜਦੋਂ ਉਹ ਆਪਣਾ ਇਕੱਠੇ ਹੋ ਕੇ ਦੱਸਣਾ ਚਾਹੁੰਦੇ ਨੇ, ਤਾਂ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਪਾਬੰਦੀਆਂ ਕਾਰਨ ਅੜਿੱਕਾ ਪੈਂਦਾ ਹੈ। ਤੇ ਇਸ ਸਿਲਸਿਲੇ ਵਿੱਚ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਰਦਾਰ ਹਮੀਰ ਸਿੰਘ ਹੋਰਾਂ ਨਾਲ। ਹਮੀਰ ਸਿੰਘ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਮੀਰ ਸਿੰਘ ਜੀ, ਇਹ ਕੋਵਿਡ-19 ਦੇ ਸੰਬੰਧ ਵਿੱਚ ਜੋ ਹੁਣ ਪੰਜਾਬ ਸਰਕਾਰ ਨੇ ਨਵੀਆਂ ਪਾਬੰਦੀਆਂ ਆਇਦ ਕੀਤੀਆਂ ਨੇ, ਇਹਨਾਂ ਦਾ ਆਮ ਜ਼ਿੰਦਗੀ ਤੇ ਆਮ ਜਨਤਕ ਜੀਵਨ ਤੇ, ਜਾਂ ਜਿਹੋ ਜਿਹਾ ਕਿ ਪੰਜਾਬ ਜੁਝਾਰੂ ਸੂਬਾ ਹੈ, ਤੇ ਇੱਥੇ ਕੁਛ ਨਾ ਕੁਛ ਵਿਰੋਧ ਜੋ ਸਾਡੇ ਗਲਤ ਸਿਆਸੀ ਤੰਤਰ ਵਿੱਚ, ਜਾਂ ਸਾਨੂੰ ਸਰਕਾਰ ਜੋ ਸਾਡੇ ਲਈ ਕਰ ਨਹੀਂ ਰਹੀ, ਜੋ ਸਰਕਾਰ ਦਾ ਫਰਜ਼ ਬਣਦਾ ਸੀ ਆਮ ਲੋਕਾਂ ਲਈ ਕਰਨਾ ਬਣਦਾ ਸੀ, ਉਹ ਨਹੀਂ ਕਰ ਰਹੀ, ਤੇ ਉੱਥੇ ਫਿਰ ਵਿਰੋਧ ਜਤਾਉਣਾ ਪੈਂਦਾ। ਵਿਰੋਧ ਜਤਾਉਣ ਦਾ ਮਤਲਬ ਹੈ ਲੋਕਾਂ ਦਾ ਇਕੱਠੇ ਹੋਣਾ। ਤੇ ਇਹਨਾਂ ਸਾਰੀਆਂ ਚੀਜ਼ਾਂ ਤੇ ਕੀ ਅਸਰ ਪਏਗਾ ਇਹਨਾਂ ਪਾਬੰਦੀਆਂ ਦਾ? ਇਹਦੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕਾਫੀ ਲੰਮਾ ਸਮਾਂ ਸਾਡੇ ਲਾਕਡਾਊਨ ਰਿਹਾ ਜੀ, ਬਲਕਿ ਬਾਕੀ ਹਿੰਦੁਸਤਾਨ ਦੇ ਵਿੱਚ ਲਾਕਡਾਊਨ ਰਿਹਾ, ਸਾਡੇ ਕਰਫਿਊ ਰਿਹਾ, ਖਾਸ ਤੌਰ ਤੇ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਜ਼ਿਆਦਾ ਸਮਾਂ ਕਰਫਿਊ ਰਿਹਾ। ਔਰ ਪਹਿਲਾਂ ਜਿਵੇਂ ਇੱਕ ਮਨੋਵਿਗਿਆਨਕ ਤੌਰ ਤੇ ਟੋਟਲ ਮਿਡਲ ਕਲਾਸ 'ਚ ਇੱਕ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਗਿਆ, ਔਰ ਬਲਕਿ ਸਾਰੇ ਜਿਹੜੀ ਮਿਡਲ ਕਲਾਸ ਉਹ ਸਰਕਾਰ ਦੀ ਸਪੋਰਟ ਕਰਨ ਲੱਗ ਗਈ ਵੀ ਸਖਤੀ ਚੰਗੀ ਚੀਜ਼ ਹੈ, ਇਹਦੇ ਨਾਲ ਸ਼ਾਇਦ ਅਸੀਂ ਬਚ ਜਾਵਾਂਗੇ। ਪਰ ਜਦੋਂ ਉਹਦਾ ਨਤੀਜਾ ਸਾਹਮਣੇ ਆਇਆ, ਨਤੀਜਾ ਕੀ ਸਾਹਮਣੇ ਆਇਆ? ਲੋਕ ਇਹ ਕਹਿਣ ਲੱਗੇ ਵੀ ਕਰੋਨਾ ਤੋਂ ਤਾਂ ਸ਼ਾਇਦ ਲੋਕ ਬਚ ਜਾਣ, ਪਰ ਜਿਹੜੇ ਭੁੱਖ ਨਾਲ ਲੋਕ ਮਰਨਗੇ ਉਹਨਾਂ ਦਾ ਕੋਈ ਇਲਾਜ ਨਹੀਂ, ਕਿਉਂਕਿ ਕਾਰੋਬਾਰ ਬੰਦ ਹੋ ਗਏ। ਕਾਰੋਬਾਰ ਬੰਦ ਹੋਣ ਤੋਂ ਬਾਅਦ ਲੋਕਾਂ ਦੀ ਰੋਜੀ ਰੋਟੀ ਦਾ ਮਸਲਾ ਪੈਦਾ ਹੋ ਗਿਆ, ਔਰ ਲੋਕਾਂ ਦੇ ਕਿਰਾਏਦਾਰ ਮਕਾਨ ਮਾਲਕ ਕਿਰਾਇਆ ਮੰਗਦਾ ਸੀ, ਲੋਕਾਂ ਨੂੰ ਜਾਣਾ ਪਿਆ ਛੱਡ ਕੇ। ਕਿੰਨੇ ਹੀ ਮਜ਼ਦੂਰ ਜਿਨ੍ਹਾਂ ਨੂੰ 2 ਮਹੀਨੇ ਵੀ ਅਸੀਂ ਰੱਖ ਨਹੀਂ ਪਾਏ, ਨਾ ਰੋਟੀ ਦੇ ਪਾਏ, ਨਾ ਘਰ ਦੀ ਛੱਤ ਦੇ ਪਾਏ, ਤੇ ਉਹ ਸਾਡੇ ਦੇਸ਼ 'ਚ ਕਰੋੜਾਂ ਦੀ ਗਿਣਤੀ ਦੇ ਵਿੱਚ ਪੈਦਲ ਤੁਰੇ ਸੈਂਕੜੇ ਕਿਲੋਮੀਟਰ ਦੂਰ, ਲਗਭਗ 1000 ਤੋਂ ਵੱਧ ਮਜ਼ਦੂਰ ਸੜਕਾਂ 'ਤੇ ਮਰ ਗਿਆ। ਫਿਰ ਸਮਝ ਆਈ, ਫਿਰ ਇਹ ਫੈਸਲਾ ਕਰਨ ਲੱਗੇ ਸਾਡੇ ਲੀਡਰ ਕਿ ਨਹੀਂ, ਦੋਨੋਂ ਚੀਜ਼ਾਂ ਨਾਲ ਚੱਲਣਗੀਆਂ। ਕਰੋਨਾ ਖਬਰ ਹੈ ਕਿੰਨਾ ਚਿਰ ਹੱਲ ਨਾ ਹੋਵੇ, ਤੇ ਇਸ ਲਈ ਅਸੀਂ ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਬੰਦ ਨਹੀਂ ਕਰ ਸਕਦੇ, ਇਹਨੂੰ ਖੋਲ੍ਹਣਾ ਪਏਗਾ ਕੁਝ। ਹੁਣ ਤੁਸੀਂ ਜੇ ਦੇਖਦੇ ਹੋ ਕਿ ਕੇਸ ਤਾਂ ਕਰੋਨਾ ਦੇ ਕਦੇ ਨਹੀਂ ਘਟੇ, ਪਹਿਲਾਂ ਨਾਲੋਂ ਵੱਧ ਹੀ ਰਹੇ ਨੇ ਲਗਾਤਾਰ, ਪਰ ਪਹਿਲਾਂ ਨਾਲੋਂ ਤੁਸੀਂ ਜਿਹੜਾ ਲਾਕਡਾਊਨ ਹੈ ਜਾਂ ਤਾਲਾਬੰਦੀ ਹੈ ਉਹਨੂੰ ਹਟਾ ਰਹੇ ਹੋ। ਇੱਕ ਤਾਂ ਇਹ ਪਹਿਲੂ ਹੈ ਕਿ ਤੁਹਾਨੂੰ ਮਜਬੂਰੀ, ਤੁਹਾਨੂੰ ਦਿਖਣ ਲੱਗ ਗਿਆ ਕਿ ਕਰੋਨਾ ਦਾ ਡਰ ਜਾਂ ਕਰੋਨਾ ਨਾਲ ਵੀ ਮੌਤਾਂ ਹੀ ਰੋਕਣਾ ਚਾਹੁੰਦੇ ਹੋ ਤੁਸੀਂ। ਜੇ ਮੌਤਾਂ ਕਿਸੇ ਹੋਰ ਤਰੀਕੇ ਨਾਲ ਜ਼ਿਆਦਾ ਹੋਣ ਲੱਗ ਗਈਆਂ, ਜਿਵੇਂ ਆਕਸਫਾਮ ਦੀ ਰਿਪੋਰਟ ਆਈ ਆ 5 ਦਿਨ ਪਹਿਲਾਂ, ਉਹ ਇਹ ਕਹਿ ਰਹੀ ਹੈ ਕਿ ਅਪ੍ਰੈਲ ਦੇ ਮਹੀਨੇ 'ਚ ਸਾਡੇ ਜਿਹੜੇ ਦੁਨੀਆ ਦੇ ਵਿੱਚ 10,000 ਬੰਦਾ ਰੋਜ਼ ਮਰਿਆ ਕਰੋਨਾ ਨਾਲ। ਫਿਰ ਉਸ ਤੋਂ ਬਾਅਦ ਕੇਸ ਵੱਧਦੇ ਗਏ, ਪਰ ਮੌਤਾਂ ਦੀ ਗਿਣਤੀ ਘਟਦੀ ਗਈ। ਤੇ ਪਰ ਉਹ ਨਾਲ ਦੀ ਨਾਲ ਇਹ ਕਹਿ ਰਹੇ ਕਿ ਐਸੇ ਸਾਲ ਦੇ ਅੰਤ ਤੱਕ 12,000 ਬੰਦਾ ਰੋਜ਼ ਭੁੱਖ ਨਾਲ ਜ਼ਰੂਰ ਮਰਨਾ ਸ਼ੁਰੂ ਹੋਏਗਾ, ਜੇਕਰ ਹਾਲਾਤ ਐਸੇ ਰਹਿੰਦੇ ਨੇ, ਐਸੇ ਤਰੀਕੇ ਦੇ ਨਾਲ ਗੱਲ ਚੱਲਦੀ ਹੈ। ਔਰ ਇਸੇ ਗੱਲ ਕਰਕੇ ਫਿਰ ਸਾਡੇ ਸਾਹਮਣੇ ਇੱਕ ਕੇਸ ਆਇਆ ਸਾਡੇ ਸੂਬੇ ਦੀ ਕਣਕ ਦਾ ਮਾਮਲਾ ਸੀ। ਉਹ ਕਣਕ ਦੀ ਖਰੀਦ ਹੋਈ, ਫਿਰ ਝੋਨੇ ਦੀ ਲਵਾਈ ਹੋਈ, ਇਹ 'ਚ ਕਿੰਨਾ ਕੁ ਕਰੋਨਾ ਫੈਲਿਆ।
ਕੋਈ ਦਿਖਾਈ ਦਿੰਦਾ? ਹਾਂ, ਪਿੰਡ ਪੱਧਰ ਤੇ ਇਸੇ ਕਰਕੇ ਜੇ ਬਿਲਕੁਲ ਦਲੀਲ ਇਹ ਪੇਂਡੂ ਹੈ ਖੇਤਰ ਵਿੱਚ ਇਹਦਾ ਨਹੀਂ ਉਸ ਲੈਵਲ ਤੇ ਕਹਿਰ ਪ੍ਰਭਾਵ ਘੱਟ ਗਿਆ, ਹੈ। ਇਹਦਾ ਮਤਲਬ ਤੁਹਾਡੀ ਉਹ ਦਲੀਲ ਦਾ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਹਰ ਜਗ੍ਹਾ ਬੰਦ ਕਰ ਦੋਗੇ ਤੇ ਉਹਦੇ ਨਾਲ ਰੁਕੇਗਾ ਤੇ ਦੂਜੀ ਜਗ੍ਹਾ ਨਹੀਂ ਹੈ। ਹੁਣ ਜਦੋਂ ਤੁਸੀਂ ਫਿਰ ਇਹ ਲਿਆ ਕੇ ਇਹ ਗੱਲ ਕਰ ਰਹੇ ਹੋ, ਇਹ ਤਾਂ ਹੈਗੀ ਆਰਥਿਕ ਗਤੀਵਿਧੀ ਜਦੋਂ ਚੱਲੇਗੀ ਤਾਂ ਕੁਝ ਲੋਕ ਇਕੱਠੇ ਹੋਣਗੇ। ਉਨੀ ਹੀ ਮਹੱਤਵਪੂਰਨ ਇੱਕ ਗੱਲ ਜਿਹੜੀ ਬੰਦੇ ਦੀ ਹੁੰਦੀ ਹੈ ਉਹ ਮਨੋਵਿਗਿਆਨਕ ਆਪਣੀ ਰਾਏ ਆਪਣੀ ਗੱਲ ਇੱਕ ਦੂਜੇ ਨਾਲ ਸਾਂਝੇ ਕਰਨ ਦੀ ਹੁੰਦੀ ਹੈ। ਉਹ ਸਮੂਹਾਂ ਦੇ ਵਿੱਚ ਵੀ ਹੁੰਦੀ ਹੈ, ਉਹ ਬੰਦੇ ਦੇ ਵਿੱਚ ਨਿੱਜੀ ਵੀ ਹੁੰਦੀ ਹੈ। ਔਰ ਜੇ ਤੁਸੀਂ ਕਿਸੇ ਦੀ ਗੱਲ, ਸੁਸਾਈਡ ਰੇਟ ਕਿਉਂ ਵੱਧਦੇ ਨੇ ਸਾਰੇ ਕਿਤੇ, ਉਹਦਾ ਕਾਰਨ ਇਹ ਹੈ ਕਿ ਅਸੀਂ ਕਿਸੇ ਨੂੰ ਕੋਈ ਗੱਲ ਸੁਣਾ ਨਹੀਂ ਰਹੇ, ਕੋਈ ਮਾਹੌਲ ਨਹੀਂ ਦੇ ਰਹੇ ਤੇ ਉਹ ਬੰਦੇ ਦਾ ਜਿਹੜਾ ਅੰਦਰਲਾ ਗੁਬਾਰ ਹੈ, ਉਹਦੇ ਅੰਦਰ ਜਿਹੜੀਆਂ ਚਿੰਤਾਵਾਂ ਨੇ ਉਹ ਸਾਂਝੀਆਂ ਕਰਨ ਤੋਂ ਵੀ ਰੋਕ ਰਹੇ ਹੋ ਬੰਦਿਆਂ ਨੂੰ ਕਿਸੇ ਵੀ ਰੂਪ ਦੇ ਵਿੱਚ। ਜੇ ਗੁਰੂ ਨਾਨਕ ਸਾਹਿਬ ਦੀ ਗੱਲ ਤੇ ਹੀ ਅਸੀਂ ਲਈਏ ਕਿ ਜਬ ਲਗ ਦੁਨੀਆ ਰਹੀਏ ਨਾਨਕ ਕਿਛ ਛਣੀਏ ਕਿਛ ਕਹੀਏ, ਬੰਦਾ ਕੁਝ ਕਹਿਣਾ ਚਾਹੁੰਦਾ ਹੈ ਤੇ ਤੁਸੀਂ ਉਹਦੀ ਆਵਾਜ਼ ਨੂੰ ਸੁਣਨਾ ਨਹੀਂ ਚਾਹੁੰਦੇ। ਔਰ ਉਹਦੇ ਚੋਂ ਫਿਰ ਕੀ ਹੋਇਆ, ਉਹਦੇ ਚੋਂ ਤੁਸੀਂ ਪਾਬੰਦੀ ਲਾਤੀ ਹੈ ਖਾਸ ਤੌਰ ਤੇ ਪਾਰਟੀਕੂਲਰਲੀ। ਇਹ ਗੱਲ ਲਿਖੀ ਗਈ ਹੈ, ਐ ਨਹੀਂ ਕਿ ਆਮ ਤੁਸੀਂ ਸਮਾਜਿਕ ਗੈਦਰਿੰਗਾਂ ਬੰਦ ਕਰਤੀਆਂ ਕਿ ਐਸੋਸੀਏਸ਼ਨਾਂ ਮੰਗ ਪੱਤਰ ਵੀ ਨਹੀਂ ਦੇ ਸਕਣਗੀਆਂ, ਕੋਈ ਸਿਆਸੀ ਗਤੀਵਿਧੀ ਨਹੀਂ ਹੋਏਗੀ, ਕੋਈ ਵੀ ਬਾਕੀ ਗੱਲਬਾਤ ਨਹੀਂ ਹੋਏਗੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿਹੜੇ ਲੋਕਾਂ ਦੀਆਂ ਨਾਰਾਜ਼ਗੀਆਂ ਨੇ, ਜਿਹੜੇ ਲੋਕਾਂ ਦੀਆਂ ਇੱਛਾਵਾਂ ਨੇ, ਜਿਹੜੇ ਲੋਕਾਂ ਦੀਆਂ ਮੰਗਾਂ ਨੇ, ਜਾਂ ਉਹ ਚਾਹੁੰਦੇ ਨੇ ਕਿ ਸਾਡੀ ਇਹ ਗੱਲ ਸੁਣੀ ਜਾਵੇ, ਸਰਕਾਰ ਇੱਧਰੋਂ ਇਸ ਗੱਲ ਤੇ ਸੋਚੇ, ਉਹ ਸਾਰੀਆਂ ਗੱਲਾਂ ਤੁਸੀਂ ਬੰਦ ਕਰ ਦੇਣਾ ਚਾਹੁੰਦੇ ਹੋ ਕੋਵਿਡ ਦੇ ਨਾਂ ਤੇ। ਜਮਹੂਰੀਅਤ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਸਭ ਤੋਂ ਨੰਬਰ 1 ਤਰਜੀਹ ਦਿੱਤੀ ਜਾਂਦੀ ਹੈ ਕਿ ਤੁਸੀਂ ਲੋਕਾਂ ਨੂੰ ਬੋਲਣ ਦਾ ਹੱਕ ਦਿੰਦੇ ਹੋ ਸਮੂਹਿਕ ਤੌਰ ਤੇ ਵੀ, ਤੇ ਉਹਨਾਂ ਨੂੰ ਵਿਚਾਰ ਪ੍ਰਗਟਾਵੇ ਦੀ ਜਿਹੜੀ ਆਜ਼ਾਦੀ ਦੀ ਗੱਲ ਹੁੰਦੀ ਹੈ ਉਦੋਂ ਰੋਕਦੇ ਨਹੀਂ ਹੋ। ਹੁਣ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਜੇਕਰ ਤੁਸੀਂ ਕਹਿਤਾ ਕਿ ਵਿਆਹ ਦੇ ਉੱਤੇ ਤਾਂ 30 ਹੋ ਜਾਓ, ਪਹਿਲਾਂ 50 ਸੀ, ਤੇ ਇੱਕ ਤਾਂ ਇਹ ਦਲੀਲ ਵੀ ਸਭ ਨੂੰ ਸਮਝ ਨਹੀਂ ਆਉਂਦੀ ਵੀ ਜੇ 30 ਹੋ ਗਏ ਤੇ ਕਰੋਨਾ 30 ਨੂੰ ਪਛਾਣਦਾ ਨਹੀਂ ਤੇ 50 ਨੂੰ ਪਛਾਣੇਗਾ, ਜਾਂ ਫਿਰ 20 ਕਿਉਂ ਨਹੀਂ, 31 ਜਾਂ 10 ਕਿਉਂ ਨਹੀਂ, ਮਤਲਬ ਅਲੱਗ-ਅਲੱਗ ਨੇ। ਇਹਦੇ ਪਿੱਛੇ ਦਲੀਲ ਕੀ ਹੈ? ਤੇ ਦੂਜੀ ਦਲੀਲ ਇੱਕ ਇਹ ਤੁਹਾਡੇ ਸਾਹਮਣੇ ਹੁਣ ਕਹਿੰਦੇ ਜੀ ਕਿ ਜਿਹੜਾ 72 ਘੰਟੇ ਤੋਂ ਘੱਟ ਸਮੇਂ ਪੰਜਾਬ 'ਚ ਆ ਕੇ ਰਹੂਗਾ ਉਹ ਇਕਾਂਤਵਾਸ 'ਚ ਰੱਖਣਾ ਜ਼ਰੂਰੀ ਨਹੀਂ ਤੇ ਦੂਜੇ ਜ਼ਰੂਰੀ ਨੇ। 72 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਕੇ ਜਿੱਥੇ ਮਰਜ਼ੀ ਜਾਏ, ਜਿੱਥੇ ਮਰਜ਼ੀ ਨਾ। ਕਰੋਨਾ ਤੁਸੀਂ ਇਹ ਵੀ ਸਮਝ ਲਿਆ ਕਿ ਕਰੋਨਾ 72 ਘੰਟੇ ਦੇ ਦੌਰਾਨ ਕੁਝ ਨਹੀਂ ਕਹਿੰਦਾ ਕਿਸੇ ਨੂੰ, ਉਦੋਂ ਬਾਅਦ ਸ਼ੁਰੂ ਹੁੰਦਾ, ਉਹਦੀ ਕੋਈ ਲਾਗ ਨਹੀਂ। ਮਤਲਬ ਉਹਦੇ ਪਿੱਛੇ ਕਿਹੜੀ ਵਿਗਿਆਨਕ ਤੁਸੀਂ ਗੱਲ ਕਰ ਰਹੇ ਹੋ? ਜਾਂ ਤਾਂ ਲੋਕਾਂ ਨੂੰ ਇਹ ਕਨਵਿੰਸ ਕਰਾਓ ਵੀ ਸਾਡੇ ਕੋਲ ਵਿਗਿਆਨ ਦੇ ਰੂਪ ਦੇ ਵਿੱਚ, ਸਾਇੰਸ ਦੇ ਰੂਪ ਦੇ ਵਿੱਚ ਇਹ ਰਿਸਰਚ ਹੋ ਚੁੱਕੀ ਹੈ, ਕਰੋਨਾ ਇਸ ਤਰ੍ਹਾਂ ਕੰਮ ਨਹੀਂ ਕਰਦਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ। ਨਹੀਂ, ਜਿਸ ਤਰ੍ਹਾਂ ਹੁਣ ਸਾਡਾ ਫੈਸਲਾ ਕਿ ਬੱਸਾਂ ਤਾਂ ਭਰ ਕੇ ਚੱਲਣਗੀਆਂ ਪੰਜਾਬ ਦੀਆਂ, ਪਰ 5 ਬੰਦੇ ਤੁਸੀਂ ਇਕੱਠੇ ਨਹੀਂ ਹੋ ਸਕਦੇ, ਇਹ ਵੀ ਹਾਸੋਹੀਣ ਤਰਕਹੀਣ ਗੱਲ ਹੈ। ਉਹਦੇ 'ਚ ਇਹੀ ਹੈ ਕਿ ਦਲੀਲ ਜਿਹੜੇ ਵੀ ਤੁਸੀਂ ਫੈਸਲੇ ਲੈਂਦੇ ਹੋ ਉੱਥੇ ਕਿੰਨਾ ਕੁ ਦਿਮਾਗੀ ਕਸਰਤ ਕਰਦੇ ਹੋ, ਕਿੰਨਾ ਕੁ ਲੋਕਾਂ ਨੂੰ ਪੁੱਛਦੇ ਹੋ, ਕਿੰਨਾ ਕੁ ਉਹਨਾਂ ਦੀ ਰਾਏ ਨਾਲ ਫੈਸਲੇ ਲੈਂਦੇ ਹੋ, ਇਹ ਬਹੁਤ ਮਹੱਤਵਪੂਰਨ ਹੁੰਦਾ ਹੈ। ਤੇ ਕਿੰਨੀ ਕੁ ਦੀ ਵਿਹਾਰਕਤਾ ਦੇਖੀ ਜਾਂਦੀ ਹੈ ਉਹਦੇ 'ਚ ਸਿਸਟਮ ਕੇਵਲ ਇਹ ਹੁੰਦਾ ਹੈ ਕਿ ਤੁਸੀਂ ਆਪਣੀ ਸੁਵਿਧਾ 'ਚੋਂ ਸੋਚਦੇ ਹੋ, ਪੋਲੀਟੀਸ਼ੀਅਨ ਆਪਣੀ ਸੁਵਿਧਾ 'ਚੋਂ ਸੋਚਦਾ ਹੈ। ਜਦੋਂ ਹੁਣ ਪਿਛਲੇ ਦਿਨਾਂ 'ਚੋਂ 3 ਆਰਡੀਨੈਂਸ ਆਏ ਨੇ, ਖੇਤੀ ਬਾਰੇ ਵੀ ਤੇ ਜ਼ਰੂਰੀ ਵਸਤਾਂ ਸੰਬੰਧੀ, ਜੀ ਜੀ, ਤੇ ਇੱਕ ਬਿਜਲੀ ਦਾ ਬਿੱਲ ਆਇਆ ਹੈ, ਜਿਨ੍ਹਾਂ ਚਾਰਾਂ ਤੇ ਇਹ ਗੱਲ ਕਹੀ ਜਾ ਰਹੀ ਹੈ ਕਿ ਫੈਡਰਲਿਜ਼ਮ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਹੈ। ਇਹ ਤੇ ਬਹੁਤ ਜ਼ਿਆਦਾ ਨਾਰਾਜ਼ਗੀ ਹੈ ਪੰਜਾਬ ਦੇ ਵਿੱਚ, ਖਾਸ ਤੌਰ ਤੇ ਪੰਜਾਬ ਦੀ ਕਿਸਾਨੀ ਦੇ ਵਿੱਚ ਤੇ ਬਾਕੀ ਜਗ੍ਹਾ ਦੇ ਵਿੱਚ। ਔਰ ਉਹ ਨਾਰਾਜ਼ਗੀ ਸਾਡੀ ਸਰਕਾਰ ਨੂੰ ਵੀ ਪਤਾ ਸੀ। ਚੀਫ ਮਿਨਿਸਟਰ ਨੇ ਕੀ ਕੀਤਾ ਕਿ ਆਲ ਪਾਰਟੀ ਮੀਟਿੰਗ ਸੱਦੀ, ਉਹਦੇ 'ਚ ਆਲ ਪਾਰਟੀ ਮੀਟਿੰਗ 'ਚ ਵੀ ਕਿਹਾ ਕਿ ਮੈਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ, ਮੈਂ ਅਗਵਾਈ ਕਰੂੰਗਾ, ਪ੍ਰਧਾਨ ਮੰਤਰੀ ਤੋਂ ਟਾਈਮ ਲੈ ਰਹੇ ਹਾਂ ਤੇ ਗੱਲ ਕਰਾਂਗੇ। ਫਿਰ 11 ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰਾ ਸਾਥ ਦਿਓ, ਮੈਂ ਇਹਦੇ ਤੇ ਲੜੂੰਗਾ। ਹੁਣ ਤੱਕ ਲੋਕ ਝੋਨਾ ਲਾ ਰਹੇ ਸੀ, ਉਦੋਂ ਤੱਕ ਤੁਸੀਂ ਸਮਾਜਿਕ ਗੈਦਰਿੰਗ ਤੇ ਪੋਲੀਟੀਕਲ ਗੈਦਰਿੰਗ ਰੋਕੀ ਰੱਖੀ। ਹੁਣ ਜਦ ਲੋਕ ਥੋੜੇ ਜਿਹੇ ਵਿਹਲੇ ਹੋਏ ਨੇ ਆਪਣੀ ਗੱਲ ਕਹਿਣ ਦੇ ਵਾਸਤੇ, ਗੱਲ ਕਹਿਣ ਲਈ ਤੇ ਸਮਝਣ ਲਈ, ਉਦੋਂ ਬਾਅਦ ਤੁਸੀਂ ਜਾ ਕੇ ਉਹਦੇ ਤੇ ਰੋਕ ਲਾਤੀ। ਹੁਣ ਜੇ ਮੈਂ ਗੱਲ ਕਰਾਂ ਕਿ ਜਿਹੜੇ ਬੜੇ ਲੰਮੇ ਸਮੇਂ ਦੇ ਵਿੱਚੋਂ ਪੇਂਡੂ ਖੇਤਰ ਦਾ ਫਾਰਮਾਸਿਸਟ ਜਿਹੜੇ ਨੇ ਲਗਾਤਾਰ ਧਰਨੇ ਤੇ ਬੈਠੇ ਨੇ, 25-26 ਦਿਨ ਹੋ ਗਏ ਪਟਿਆਲੇ ਦੇ ਵਿੱਚ। ਬਿਲਕੁਲ ਇਸੇ ਤਰ੍ਹਾਂ ਜਿਹੜੀਆਂ ਨਰਸਾਂ ਨੇ, ਇਸੇ ਤਰ੍ਹਾਂ ਜਿਹੜੇ ਬਿਜਲੀ ਖੇਤਰ ਦੇ ਵਿੱਚ ਠੇਕੇ ਵਾਲੇ ਬੰਦੇ ਨੇ ਲਗਾਤਾਰ, ਔਰ 11 ਫੇਜ਼ ਦੇ ਵਿੱਚ ਆ ਸਾਰੀਆਂ ਪਾਲਿਸੀਆਂ ਨੂੰ ਤੋੜਦੇ ਹੋਏ ਔਰ ਧਰਨਾ ਦੇ ਰਹੇ ਨੇ। ਉਹ ਇਹ ਕਹਿੰਦੇ ਨੇ ਕਿ ਸਾਡੀ ਗੱਲ ਤੁਸੀਂ ਬਹਿ ਤਾਂ ਸੁਣ ਲਈ, ਤਿਆਰ ਨਹੀਂ, ਫਿਰ ਸਾਨੂੰ ਕੀ ਕਰੋਗੇ? ਜੇਲ੍ਹ 'ਚ ਭੇਜੋਗੇ, ਉੱਥੇ ਭੇਜ ਦਿਓ, ਜਿੱਥੇ ਕਰਨਾ ਚਾਹੁੰਦੇ ਉੱਥੇ ਭੇਜ ਦਿਓ। ਔਰ ਕਿਸਾਨਾਂ ਨੇ 20 ਤਰੀਕ ਨੂੰ ਪੰਜਾਬ ਦੀਆਂ ਸੜਕਾਂ ਦੇ ਉੱਤੇ ਟਰੈਕਟਰ ਲਿਆਉਣ ਦਾ ਸੱਦਾ ਦਿੱਤਾ ਹੋਇਆ। ਤੇ ਕੀ ਤੁਹਾਨੂੰ ਲੱਗਦਾ ਵੀ ਇਹ ਕਿਸਾਨਾਂ ਦੀ ਐਜੀਟੇਸ਼ਨ ਤੇ ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਇਹ ਜਾਣਬੁੱਝ ਕੇ ਕੀਤਾ ਗਿਆ? ਮੈਨੂੰ ਤਾਂ ਇਕੱਲੇ ਕਿਸਾਨਾਂ ਦਾ ਨਹੀਂ, ਹੋਰ ਜਥੇਬੰਦੀਆਂ ਪੰਜਾਬ ਦੇ ਵਿੱਚ
ਲਗਭਗ ਮਾਲਵੇ 'ਚ ਖਾਸ ਤੌਰ ਤੇ ਹਰ ਖੇਤਰ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਮਾਈਕਰੋ ਫਾਈਨਾਂਸ ਕੰਪਨੀਆਂ ਨੇ, ਜਿਹੜੀਆਂ ਬੈਂਕਾਂ ਦੀ ਬਜਾਏ ਜਿਨ੍ਹਾਂ ਨੇ ਦਲਿਤ ਔਰਤਾਂ ਨੂੰ ਖਾਸ ਤੌਰ ਤੇ ਪੇਂਡੂ ਲਗਭਗ ਸਾਰੀਆਂ ਔਰਤਾਂ ਨੂੰ ਕਰਜ਼ ਜਾਲ 'ਚ ਫਸਾ ਲਿਆ ਤੇ ਉਹਨਾਂ ਤੋਂ ਜ਼ਬਰਦਸਤੀ ਕਰਜ਼ਾ, ਜਦੋਂ ਹੁਣ ਲਾਕਡਾਊਨ 'ਚ ਉਹਨਾਂ ਕੋਲ ਦਿਹਾੜੀ ਵੀ ਨਹੀਂ ਹੈ, ਕਰਜ਼ਾ ਨਹੀਂ ਦਿੱਤਾ ਜਾ ਰਿਹਾ, ਤਾਂ ਜ਼ਬਰਦਸਤੀ ਕੀਤੀ ਜਾ ਰਹੀ ਹੈ ਸੋ ਕਾਲਡ ਸੈਲਫ ਹੈਲਪ ਗਰੁੱਪ ਬਣਾ ਕੇ। ਉਹਨਾਂ ਤੇ ਲਗਾਤਾਰ ਧਰਨੇ ਉਹ ਬੀਬੀਆਂ ਦੇ ਚੱਲ ਰਹੇ ਨੇ, ਪੰਜਾਬ ਦੇ ਹਰ ਸ਼ਹਿਰ 'ਚ ਧਰਨਾ ਚੱਲ ਰਿਹਾ ਜੀ ਬਿਲਕੁਲ। ਉਹਦੇ 'ਚੋਂ ਮਜ਼ਦੂਰਾਂ ਦੇ ਵੀ ਧਰਨੇ ਤੇ ਉਹਦੇ 'ਚ ਕਿਸਾਨਾਂ ਦਾ ਵੀ ਜਿਹੜਾ ਹੋਣ ਵਾਲਾ ਸਵਾਲ ਹੈ ਉਹ ਵੀ। ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਹੁਣ ਜ਼ੁਬਾਨਬੰਦ, ਮੈਨੂੰ ਤਾਂ ਇਹ ਵੀ ਲੱਗਦਾ ਕਿ ਸਿਆਸਤਦਾਨ ਹਮੇਸ਼ਾ ਵੋਟ 'ਚੋਂ ਸੋਚਦੇ, ਬਿਲਕੁਲ ਉਹਨਾਂ ਨੂੰ ਇਹ ਲੱਗ ਰਿਹਾ ਵੀ ਜਿਹੜੇ ਇਹ ਆਰਡੀਨੈਂਸ ਵੀ ਨੇ, ਜਿਹੜਾ ਲੋਕਾਂ ਦਾ ਉਭਾਰ ਵੀ ਹੈ, ਇਹ ਉਭਾਰ ਜੇ ਜਨਤਕ ਉਭਾਰ ਬਣ ਜਾਂਦਾ ਹੈ ਤਾਂ ਸਾਡੇ ਹੱਥ 'ਚੋਂ ਨਿਕਲ ਸਕਦਾ ਤੇ ਅਸੀਂ ਲੀਡਰ ਨਹੀਂ ਰਹਾਂਗੇ। ਲੋਕ ਸਾਨੂੰ ਮਜਬੂਰ ਕਰਨਗੇ ਵੀ ਜਾਂ ਆਰਡੀਨੈਂਸਾਂ ਵਾਸਤੇ ਲੜੋ, ਅਸੈਂਬਲੀ ਸੱਦੋ, ਅਸੈਂਬਲੀ ਸੱਦ ਕੇ ਉਹਦੇ ਖਿਲਾਫ ਮਤਾ ਪਾਓ, ਜਿਹੜੀ ਕਿ ਪਹਿਲਾਂ ਤੋਂ ਹੀ ਡਿਮਾਂਡ ਚੱਲ ਰਹੀ ਹੈ, ਮੰਗ ਚੱਲ ਰਹੀ ਹੈ। ਮੁੱਖ ਮੰਤਰੀ ਦੇ ਨਾਲ ਪਹਿਲਾਂ ਲੋਕਾਂ ਨੇ ਜਦੋਂ ਸਾਂਝੀ ਮੀਟਿੰਗ ਕੀਤੀ ਉਦੋਂ ਵੀ ਕਿਹਾ ਕਿ ਤੁਸੀਂ ਕੱਲਾ ਬਿਆਨ ਨਾ ਦਿਓ, ਤੁਹਾਡੇ ਕੋਲ ਤਾਂ ਸਰਕਾਰ ਹੈ, ਸਰਕਾਰ ਵਿਧਾਨ ਸਭਾ ਦਾ ਸੈਸ਼ਨ ਸੱਦੇ, ਉੱਥੇ ਕੋਈ ਸਰੀਰਕ ਦੂਰੀ ਦੀ ਕੋਈ ਪ੍ਰੋਬਲਮ ਨਹੀਂ ਹੈ, ਐਮਐਲਏ ਨੂੰ ਦੂਰ ਦੂਰ ਬਿਠਾ ਦਿਓ, ਇੱਕ ਇੱਕ ਤੇ ਇੱਕ ਇੱਕ ਬਿਠਾ ਦਿਓ, ਤਾਂ ਕਿ ਉਹਦੇ ਨਾਲ ਕੋਈ ਬੜੀ ਗੱਲ ਨਹੀਂ, ਉੱਥੇ ਮਤਾ ਤਾਂ ਪਾਓ, ਤੁਸੀਂ ਮਤਾ ਪਾ ਕੇ ਤਾਂ ਰੱਦ ਕਰੋ ਕਿ ਅਸੀਂ ਨਹੀਂ ਚਾਹੁੰਦੇ ਇਸ ਗੱਲ ਨੂੰ, ਇਹਦੇ ਖਿਲਾਫ ਹਾਂ। ਔਰ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਇਹ ਚਾਹੁੰਦੇ ਹੋ ਕਿ ਹੁਣੇ ਜੇ ਕੋਈ ਅੰਦੋਲਨ ਪੈਦਾ ਹੋ ਗਿਆ ਤਾਂ ਇਹ 2022 ਤੱਕ ਨਹੀਂ ਲਮਕੂਗਾ, ਅਸੀਂ ਤਾਂ 22 ਤੱਕ ਲਿਜਾਣੀ ਹੈ ਇਹ ਗੱਲ, 22 'ਚ ਜਾ ਕੇ ਵੋਟ ਲੈਣੀ ਹੈ। ਇਸ ਲਈ ਅੱਜ ਇਹ ਨਾ ਹੋਵੇ ਤਾਂ ਕਿ ਥੋੜਾ ਜਿਹਾ ਲੰਮਾ ਕਰ ਲਈਏ ਇਸ ਸਾਰੀ ਗੱਲ ਨੂੰ, ਉਦੋਂ ਤੱਕ ਆਪਣੀ ਸੁਵਿਧਾ ਮੁਤਾਬਕ ਲੈ ਕੇ ਜਾਈਏ ਕਿ ਇੱਕ ਵਾਰ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ, ਫਿਰ 4 ਮਹੀਨੇ ਬਾਅਦ ਕੋਈ ਹੋਰ ਗੱਲ ਕਰਾਂਗੇ, ਫਿਰ 2 ਮਹੀਨੇ ਬਾਅਦ ਹੋਰ ਗੱਲ ਕਰਾਂਗੇ, ਇੰਨੇ ਇਲੈਕਸ਼ਨ ਈਅਰ ਆ ਜਾਊਗਾ, ਉਦੋਂ ਫਿਰ ਅਸੀਂ ਕਹਾਂਗੇ ਕਿ ਦੇਖੋ ਸਾਨੂੰ ਵੋਟ ਪਾਓ, ਅਸੀਂ ਇਹਦੇ ਤੋਂ ਬਚਾਵਾਂਗੇ। ਇਸ ਸਾਰੇ ਜਿਹੜੀ ਅਪਰੋਚ ਹੈ, ਜਿਹੜੀ ਪਹੁੰਚ ਹੈ, ਔਰ ਸਰਕਾਰਾਂ ਨੂੰ ਇਹ ਵੀ ਲੱਗ ਰਿਹਾ ਨਾਲ ਨਾਲ ਕਿ ਜਿਹੜੇ ਵਾਅਦੇ ਕੀਤੇ ਸੀ ਪੂਰੇ ਚੋਣਾਂ ਦੇ, ਕਿਸਾਨਾਂ ਦਾ ਟੋਟਲ ਕਰਜ਼ਾ ਮਾਫ ਕਰਨਾ, ਘਰ ਘਰ ਰੁਜ਼ਗਾਰ ਦੇਣਾ, ਨੌਕਰੀ ਦੇਣਾ, ਘੱਟੋ ਘੱਟ ਇੱਕ ਇੱਕ ਬੰਦੇ ਨੂੰ, ਉਹਨਾਂ ਨੂੰ ਸਮਾਰਟਫੋਨ ਦੇਣੇ, ਹੋਰ ਨਿੱਕੇ ਨਿੱਕੇ ਫ੍ਰੀਬੀਜ਼ ਦਾ ਬੜਾ ਕੁਝ, ਟੋਟਲ ਵਾਅਦੇ ਤੁਸੀਂ ਕੀਤੇ, ਖਾਸ ਤੌਰ ਤੇ ਲੜਕੀਆਂ ਨੂੰ ਜਿਹੜਾ ਚੀਫ ਮਿਨਿਸਟਰ ਨੇ ਖੜ ਕੇ ਵਿਧਾਨ ਸਭਾ 'ਚ ਕਿਹਾ PhD ਤੱਕ ਮੁਫਤ ਸਿੱਖਿਆ ਦੇਵਾਂਗੇ, ਤੇ ਦਲਿਤਾਂ ਦੀ ਜਿਹੜੀ ਉਹ ਸਕੀਮ ਸੀ, ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਜਿਹੜੇ ਸਾਰੇ ਲਗਭਗ ਕਾਲਜਾਂ ਦੇ ਵਿੱਚ ਬੱਚੇ ਪੜ੍ਹ ਸਕਦੇ ਸੀ, ਉਹ ਸਕੀਮ ਬੰਦ ਹੋ ਚੁੱਕੀ ਹੈ ਤੇ ਲੱਖਾਂ ਬੰਦਾ ਘੱਟੋ ਘੱਟ 3.5 ਲੱਖ ਬੱਚਾ ਹਾਇਰ ਐਜੂਕੇਸ਼ਨ ਤੋਂ ਵਾਂਝਾ ਹੋ ਗਿਆ। ਉਸ ਸਾਰੇ ਮਾਮਲੇ ਦੇ ਵਿੱਚ ਉਹ ਸਾਰੇ ਸਵਾਲ ਨੇ, ਜੇਕਰ ਇਹ ਪਾਬੰਦੀਆਂ ਨਹੀਂ ਲੱਗਣਗੀਆਂ, ਜੇ ਲੋਕ ਇਕੱਠੇ ਹੋਣਗੇ ਤਾਂ ਉਹ ਸਵਾਲਾਂ ਨੂੰ ਸੋਚਣਗੇ ਤੇ ਉਹ ਸਵਾਲਾਂ ਤੇ ਫੋਕਸ ਕਰਨਗੇ, ਉਹ ਸਵਾਲਾਂ ਨੂੰ ਕਹਿਣਗੇ ਕਿ ਇਸ ਪਦ ਲੈਵਲ ਤੇ ਗੱਲ ਕੀਤੀ ਜਾਏ। ਹਾਂ, ਜੇ ਸਰਕਾਰ ਇਹ ਚਾਹੁੰਦੀ ਹੈ ਕਿ ਨਹੀਂ ਜੀ ਤੁਹਾਨੂੰ ਨਹੀਂ ਪਤਾ, ਸਾਡੇ ਕੋਲ ਸਾਰੀ ਇਨਫੋਰਮੇਸ਼ਨ ਹੈ, ਫਿਰ ਉਹ ਇਨਫੋਰਮੇਸ਼ਨ ਲੋਕਾਂ ਨਾਲ ਸਾਂਝੀ ਕਰੋ। ਕੋਈ ਇੱਕ ਘਟਨਾ ਇਹੋ ਜੀ ਜਿਹੜੀ ਲੋਕਾਂ ਦੇ ਮੁਜ਼ਾਹਰੇ ਦੇ ਕਰਕੇ, ਲੋਕਾਂ ਦੇ ਪ੍ਰੋਟੈਸਟ ਦੇ ਕਰਕੇ ਕਰੋਨਾ ਫੈਲਾਤਾ ਹੋਵੇ, ਇਹੋ ਜੀ ਇੱਕ ਵੀ ਘਟਨਾ ਤਾਂ ਕੋਟ ਕਰੋ। ਹਾਂ, ਇੱਕ ਵੀ ਘਟਨਾ ਜਿਹੜੀ ਕੋਈ ਘਟਨਾ ਇਹੋ ਜੀ ਆਈ ਹੈ। ਜੀ ਬਿਲਕੁਲ। ਦੂਜੀ ਗੱਲ, ਤੁਸੀਂ ਇਹ ਵੀ ਕੋਈ ਘੱਟੋ ਘੱਟ ਤੁਹਾਨੂੰ ਇਹ ਮਤਲਬ ਸਾਹਮਣੇ ਲਿਆਉਣਾ ਪਏਗਾ ਕੋਈ ਨਾ ਕੋਈ ਸੱਚਾਈ ਜਾਂ ਕਿਸੇ ਵੀ ਰੂਪ ਦੇ ਵਿੱਚ, ਜੇ ਤੁਸੀਂ ਕਹਿੰਦੇ ਹੋ ਤੁਸੀਂ ਇੱਕ ਫੈਸਲਾ ਕਰਦਾ ਕਿ ਐਸੋਸੀਏਸ਼ਨ ਮੰਗ ਪੱਤਰ ਵੀ ਨਹੀਂ ਦੇਗੀ, ਉਹਦਾ ਰੀਜਨ ਮੈਂ ਮੰਨ ਸਕਦਾ, ਇੱਕ ਰੀਜਨ ਇਹ ਹੋ ਸਕਦਾ ਕਿ ਕੋਈ 13 ਅਫਸਰ ਜਿਹੜੇ ਨੇ ਉਹ ਕਰੋਨਾ ਤੋਂ ਪੀੜਤ ਹੋ ਗਏ। ਬਿਲਕੁਲ। ਪਹਿਲਾਂ ਵੀ ਕਿੰਨੇ ਕੁ ਅਫਸਰਾਂ ਕੋਲ ਲੋਕ ਜਾਂਦੇ ਸੀ, ਸਭ ਨੂੰ ਪਤਾ ਹੀ ਹੈ। ਪਰ ਇੱਕ ਹੋਰ ਤਰੀਕਾ, ਜੇ ਤੁਸੀਂ ਲੋਕਾਂ ਦੀ ਕਦਰ ਕਰਦੇ ਹੋ, ਜੇਕਰ ਜਮਹੂਰੀਅਤ 'ਚ ਤੁਹਾਡਾ ਵਿਸ਼ਵਾਸ ਹੈ, ਤੁਸੀਂ ਕਹੋ ਲੋਕ ਸਰਕਾਰੀ ਦਫ਼ਤਰ 'ਚ ਨਹੀਂ ਜਾਣਗੇ ਕਿਉਂਕਿ ਅਫਸਰਾਂ ਨੂੰ ਖਤਰਾ ਹੈ। ਲੋਕ ਦਫ਼ਤਰ ਦੇ ਬਾਹਰ ਜਿਹੜੇ ਧਰਨੇ ਤੇ ਬੈਠੇ ਤੇ ਅਫਸਰ ਤੁਹਾਡੇ ਧਰਨੇ 'ਚ ਆ ਕੇ ਮੰਗ ਪੱਤਰ ਲੈ ਜਾਇਆ ਕਰੂਗਾ, ਜੇ ਅਫਸਰਾਂ ਨੂੰ ਬਚਾਉਣਾ ਹੈ। ਕੋਈ ਵਿਚਲਾ ਰਾਹ ਸਗੋਂ ਇਹਨੂੰ ਡੈਮੋਕ੍ਰੇਸੀ 'ਚ ਕਨਵਰਟ ਕਰੋ ਨਾ। ਔਰ ਜਿਹੜਾ ਕਹਿੰਦਾ 5 ਬੰਦੇ ਅੰਦਰ ਆ ਜਾਓ, 5 ਕਿਉਂ ਆ ਜਾਓ? ਇਹ ਲੋਕਾਂ ਦਾ ਰਾਜ ਹੈ, ਵੀ ਦਾ ਪੀਪਲ ਆਫ ਇੰਡੀਆ ਤੁਸੀਂ ਕਹਿੰਦੇ ਹੋ, ਅਸੀਂ ਸੰਵਿਧਾਨ ਉਹਨਾਂ ਨੂੰ ਦਿੱਤਾ ਹੈ, ਤਾਂ ਲੋਕਾਂ ਅਫਸਰ ਦੇ ਕਿਹੜਾ ਮਹਿੰਦੀ ਲੱਗੀ ਹੈ ਕਿ ਉਹ 4 ਕਦਮ ਉੱਤਰ ਕੇ ਆ ਕੇ ਲੋਕਾਂ ਤੋਂ ਮੰਗ ਪੱਤਰ ਨਹੀਂ ਫੜ ਸਕਦਾ। ਹਾਂ, ਉਹਨਾਂ ਨੂੰ ਲੋਕ ਮਤਲਬ ਲੋਕਾਂ ਨੂੰ ਸੜਕਾਂ ਜਾਮ ਇਸ ਲਈ ਕਰਨੀਆਂ ਪੈਂਦੀਆਂ ਨੇ। ਇੱਥੇ ਚੰਡੀਗੜ੍ਹ ਜਿਹੜੇ ਆਉਂਦੇ ਨੇ ਕਿ ਕੋਈ ਚੀਫ ਮਿਨਿਸਟਰ ਦੇ ਦਫ਼ਤਰ 'ਚੋਂ ਆ ਕੇ ਮੰਗ ਪੱਤਰ ਲੈਣ ਆ ਜੇ, ਚਾਹੇ OSD ਆ ਜੇ, ਸੈਕਟਰੀ ਆ ਜੇ, ਜਿਹੜਾ ਮਰਜੀ। ਤੁਹਾਡੇ ਦਿਮਾਗਾਂ ਦੇ ਵਿੱਚ ਲੋਕਾਂ ਦੀ ਇੰਨੀ ਕੁ ਵੀ ਇੱਜ਼ਤ ਨਹੀਂ ਹੈ ਕਿ ਐਡੀ ਐਡੀ ਦੂਰੋਂ ਇੰਨੇ ਬੰਦੇ ਆਏ ਨੇ, ਇੱਕ ਜਾ ਕੇ ਮੰਗ ਪੱਤਰ ਫੜ ਕੇ ਲਿਆਉਣ 'ਚ ਕੀ ਪ੍ਰੋਬਲਮ ਹੈ? ਇਹ ਤਾਂ ਸੋਚ ਹੈ ਸਾਡੀ ਲੋਕਾਂ ਦੇ ਪ੍ਰਤੀ, ਨਜ਼ਰੀਆ ਸਾਡਾ ਉਸ ਮਾਮਲੇ ਦੇ ਵਿੱਚ। ਇਸ ਕਰਕੇ ਉਸੇ ਨਜ਼ਰੀਏ ਦੇ ਵਿੱਚੋਂ ਇਹ ਐਕਸ਼ਨ ਨਿਕਲਦਾ ਕਿ ਲੋਕਾਂ ਦਾ ਕੀ ਹੈ, ਜਦ ਮਰਜੀ ਜ਼ੁਬਾਨ ਬੰਦ ਕਰ ਦਾਂਗੇ। ਔਰ ਸ਼ਾਇਦ ਇਹ ਪਹਿਲੀ ਵਾਰ ਹੈ ਕਰੋਨਾ ਦੇ ਡਰ ਚੋਂ ਬਾਹਰ ਆ ਕੇ, ਮੈਨੂੰ ਲੱਗਦਾ ਇੱਕ ਚੰਗਾ, ਇੱਕ ਸ਼ੁਭ ਕੰਮ ਵੀ ਹੈ। ਔਰ ਲਗਭਗ ਸਭ ਜਥੇਬੰਦੀਆਂ ਨੇ ਇਹਦੇ ਖਿਲਾਫ ਆਵਾਜ਼ ਉਠਾਈ ਹੈ ਕਿ ਇਹ ਸ਼ਰਤਾਂ ਗਲਤ ਨੇ,
ਇਹ ਜਮਹੂਰੀਅਤ ਦੀ ਆਵਾਜ਼ ਦਬਾਉਣ ਵਾਲੀਆਂ ਨੇ। ਔਰ ਕਿਸਾਨ ਯੂਨੀਅਨ ਦਾ ਜਿਹੜਾ ਸੱਦਾ ਉਹ ਕਹਿੰਦੇ ਅਸੀਂ ਲਾਗੂ ਕਰਾਂਗੇ, ਜੋ ਵੀ ਮਰਜ਼ੀ ਹੋਏਗਾ। ਅਸੀਂ ਇੱਕ ਟਰੈਕਟਰ ਤੇ ਲੋਕ ਬੈਠਣਗੇ, ਉਹ 'ਚ ਕੋਈ ਸਰੀਰਕ ਦੂਰੀ ਨਹੀਂ। ਟਰੈਕਟਰ ਵੈਸੇ ਹੀ ਇੰਨਾ ਲੰਮਾ, ਇੱਕ ਬੰਦਾ ਬੈਠੂ, ਇੱਕ ਬੰਦਾ ਬੈਠੂ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕੋਈ ਕਰੋਨਾ ਦਾ ਮਤਲਬ ਨਹੀਂ ਉਸ ਪੱਧਰ ਤੇ। ਤੁਸੀਂ ਸਾਰੇ ਬੰਦਿਆਂ ਨੂੰ ਖੁੱਲੀ ਜੇਲ੍ਹ 'ਚ ਬਦਲ ਰਹੇ ਹੋ। ਪੰਜਾਬ ਖੁੱਲੀ ਜੇਲ੍ਹ ਨਹੀਂ ਹੈ, ਤੁਸੀਂ ਇਹਨੂੰ ਪੁਲਿਸ ਰਾਜ ਬਣਾ ਰਹੇ ਹੋ। ਔਰ ਇਹਦੇ ਨਾਲ ਲੋਕਾਂ ਦੀਆਂ ਜੇਬਾਂ ਤੇ ਵੀ ਡਾਕਾ ਪਊਗਾ। ਜਿਹੋ ਜਿਹਾ ਸਾਡੇ ਢਾਂਚਾ ਹੈ, ਔਰ ਖਾਸ ਤੌਰ ਤੇ ਪੇਂਡੂ ਖੇਤਰ 'ਚ ਤੁਸੀਂ ਧੜਾ ਧੜ ਬੱਚਿਆਂ ਨੂੰ ਰੋਕ ਕੇ ਉਹਨਾਂ ਤੋਂ ਪੈਸੇ ਲੈਂਦੇ ਦੇਖੋਗੇ। ਉਹਦਾ ਕਾਰਨ ਹੈ, ਤੁਸੀਂ ਨਾਲ ਇੱਕ ਗੱਲ ਹੋਰ ਜਿਹੜੀ ਸਖਤ ਕਰਤੀ ਹੈ, ਉਹ ਕਰਤੀ ਮੈਂਡੇਟਰੀ FIR। ਜਿਹੜਾ ਵੀ ਇਹਦੀ ਉਲੰਘਣਾ ਕਰੂਗਾ FIR ਲਾਜ਼ਮੀ ਹੋਏਗੀ। ਤੁਸੀਂ ਇਹਦਾ ਮਤਲਬ ਸਾਰੇ ਪੰਜਾਬ ਤੇ FIR ਕਰਕੇ ਤੇ ਉਹਨਾਂ ਨੂੰ ਥਾਣੇ ਕਚਹਿਰੀਆਂ 'ਚ ਹੀ ਤੋਰੀ ਰੱਖਣਾ ਲੋਕਾਂ ਨੂੰ। ਇਹਨੂੰ ਖੁੱਲੇ ਥਾਣੇ ਤੇ ਖੁੱਲੀ ਜੇਲ੍ਹ 'ਚ ਬਦਲ ਦੇਣਾ। ਇਹ ਪੁਲਿਸ ਰਾਜ ਨਹੀਂ ਤਾਂ ਹੋਰ ਕੀ ਹੈ। ਤੇ ਉਦੋਂ ਬਾਅਦ ਜਾ ਕੇ ਤੁਸੀਂ ਇਹ ਕਰੋਗੇ ਕਿ ਥਾਣੇਦਾਰ ਉੱਥੇ ਜਿਹੜਾ ਬੰਦਾ ਸਿਪਾਹੀ ਹੌਲਦਾਰ ਕੋਈ ਵੀ ਖੜਾ ਹੋਇਆ ਕਰੂਗਾ, ਉਹ ਕਹਿੰਦਾ ਦੇਖੋ ਜੀ ਸਰਕਾਰ ਨੇ ਤਾਂ ਹੁਕਮ ਦਿੱਤਾ ਹਰ ਹਾਲਤ 'ਚ FIR ਹੋਣੀ ਹੈ। ਜੇ FIR ਤੋਂ ਬਚਣਾ ਹੈ ਤਾਂ ਇੰਨੀ ਮਾਇਆ ਲੱਗੂਗੀ। ਤੇ ਉਹ ਮਾਇਆ ਕਿ ਕਰਪਸ਼ਨ ਦਾ ਅੱਡਾ ਵੀ ਖੋਲ੍ਹ ਇੱਕ ਨਵੀਂ ਲੁੱਟ ਸ਼ੁਰੂ ਹੋ ਗਈ ਪੰਜਾਬ ਦੀ। ਤੇ ਸਭ ਤੋਂ ਵੱਡੀ ਗੱਲ ਹੈ ਕਿ FIR ਅਦਾਲਤ ਵਿੱਚ ਜਾ ਕੇ ਕੁਐਸ਼ ਹੋਣੀ ਹੈ, ਰੱਦ ਹੋਣੀ ਹੈ। ਉਹ ਕੱਚਾ ਕੋਡ ਹੈ, ਜਾ ਕੇ ਬੰਦਾ ਬੈਠ ਜਾ ਕਰੂਗਾ ਤੇ ਫਿਰ ਪੇਸ਼ੀ ਹੈ, ਫਿਰ ਉਹ ਹੈ। ਇਹ ਲੋਕਾਂ ਨੂੰ ਬਹੁਤ ਔਰ ਨਾਲ ਇਹਦਾ ਖਤਰਨਾਕ ਪਹਿਲੂ ਕੀ ਹੈ? ਇਹਦਾ ਸਭ ਤੋਂ ਖਤਰਨਾਕ ਪਹਿਲੂ ਇਹ ਹੈ, ਕਿਸੇ ਦਾ ਬੱਚਾ ਬਾਹਰ ਜਾਣਾ ਚਾਹੁੰਦਾ, ਐਗਜ਼ਾਮ ਦੇ ਰਿਹਾ, ਕਿਸੇ ਨੇ ਇੱਥੇ ਨੌਕਰੀ ਲੈਣੀ ਹੈ, ਤੁਹਾਡੇ ਖਿਲਾਫ ਇੱਕ ਵੀ FIR ਖੜੀ ਦਿਖਾਈ ਦੇਊਗੀ, ਉਹ ਅਪਰਾਧ ਕੀ ਹੈ ਇਹ ਨਹੀਂ ਕੋਈ ਦੇਖਦਾ। ਔਰ ਤੁਸੀਂ ਉਹਦੇ ਅਯੋਗ ਸਾਬਤ ਹੋ ਜਾਓਗੇ। ਪੰਜਾਬ ਦੇ ਨੌਜਵਾਨ ਪੜ੍ਹੇ ਲਿਖੇ ਬੱਚਿਆਂ ਨੂੰ ਜਿਹੜਾ ਹੋ ਸਕਦਾ ਕਿਤੇ ਕਿਸੇ ਵੀ ਕਾਰਨ ਕਰਕੇ ਆਪਣੀ ਆਵਾਜ਼ ਉਠਾਉਣਾ, ਉਹਨਾਂ ਨੂੰ ਅਪਰਾਧੀ ਬਣਾ ਕੇ ਤੁਸੀਂ ਉਹਨਾਂ ਦਾ ਭਵਿੱਖ ਤਬਾਹ ਕਰੋਗੇ ਇਸ ਮਾਮਲੇ 'ਚ ਕਿ ਸਭ ਦੇ ਖਿਲਾਫ FIR। ਤੇ ਇਹ ਜਾਣਬੁੱਝ ਕੇ ਵੀ ਕੀਤਾ ਜਾ ਸਕਦਾ ਹੈ। ਕੋਈ ਕਤਲ ਕੀਤਾ, ਉਹਨੇ ਕੋਈ ਇਸ ਲੈਵਲ ਦੀ ਗੱਲ ਕੀਤੀ, ਉਹ ਆਪਣੀ ਗੱਲ ਦੱਸਣਾ ਚਾਹੁੰਦਾ। ਬੇਰੁਜ਼ਗਾਰ ਹੈ, ਉਹ ਨੌਕਰੀ ਹੈ ਮੰਗਣ ਆਉਂਦਾ ਤੁਹਾਡੇ ਕੋਲ। ਜਾਂ ਤਾਂ ਨੌਕਰੀ ਦੇ ਦਿਓ, ਨਹੀਂ ਮੰਗਣ ਆਊਗਾ ਆਪਦੇ ਕੰਮ ਤੇ ਚਲਾ ਜਾਊਗਾ। ਜੇ ਕੰਮ ਨਹੀਂ ਹੈ ਤਾਂ ਇਕੱਠੇ ਹੋ ਕੇ ਤੁਹਾਡੇ ਕੋਲ ਆਵਾਜ਼ ਉਠਾਉਣਗੇ ਕਿ ਭਾਈ ਸਾਹਿਬ ਤੁਸੀਂ ਵਾਅਦਾ ਕੀਤਾ ਸੀ ਤੇ ਕਿਉਂ ਨਹੀਂ ਕਰ ਰਹੇ। ਇਸ ਲੈਵਲ ਦੀ ਖੁੱਲੀ ਛੂਟ ਦੇ ਦੇਣੀ। ਔਰ ਇਹ ਬਹੁਤ ਖਤਰਨਾਕ ਟ੍ਰੈਂਡ ਹੈ। ਇਹ ਜਿਵੇਂ ਕੇਂਦਰ ਦੇ ਪੱਧਰ ਤੇ ਚੱਲ ਰਿਹਾ, ਜਿਵੇਂ ਸਾਰੀ ਮੁਸਲਿਮ ਕਮਿਊਨਿਟੀ ਦੇ ਖਿਲਾਫ FIR ਅੱਜ ਕੱਲ੍ਹ ਹੋ ਰਹੀਆਂ ਨੇ, ਜਿਵੇਂ ਬਖਰੇਵੇਂ ਵਾਲਿਆਂ ਦੇ, ਚਾਹੇ ਉਹ ਬਰਬਰਾ ਰਾਓ ਦਾ ਮਾਮਲਾ ਹੋਵੇ, ਤੇਲ ਤੁੰਬੜੇ ਦਾ ਮਾਮਲਾ ਹੋਵੇ, 9 ਲੱਖੇ ਦਾ ਮਾਮਲਾ ਹੋਵੇ, ਸੁਧਾ ਭਾਰਦਵਾਜ ਦਾ ਮਾਮਲਾ ਹੋਵੇ, ਤੁਸੀਂ ਉਹ ਸਾਰੇ ਇੰਟੈਲੈਕਚੁਅਲ ਜਿਹਨੂੰ ਫੜ ਕੇ ਅੰਦਰ ਕਤਲਾਂ ਦੇ ਮੁਕੱਦਮੇ ਪਾ ਕੇ ਨਹੀਂ ਹੁਣ ਹੋਰ ਲੋਕ ਆਗੂਆਂ ਨੂੰ ਅੰਦਰ ਭੇਜਣ ਦੀ ਤਿਆਰੀ ਹੋ ਰਹੀ ਹੈ। ਪੰਜਾਬ 'ਚ UAPA ਦਾ ਪਰਚੇ ਦਰਜ ਕਰਨ ਦਾ ਇੱਕ ਸਿਸਟਮ ਰੁਝਾਨ ਤੋਰ ਲਿਆ। ਹਾਲਾਂਕਿ ਗੁਰਪਤਵੰਤ ਪੰਡੂ ਨਾਲ ਕੋਈ ਦਿਖਾਈ ਨਹੀਂ ਦੇ ਰਿਹਾ, ਕੋਈ 2020 ਦੀ ਗੱਲ ਨਹੀਂ ਪੰਜਾਬ 'ਚ ਕਰ ਰਿਹਾ, ਇੱਕ ਵੀ ਜਥੇਬੰਦੀ ਨਹੀਂ। ਪਰ ਤੁਸੀਂ ਮੁੰਡਿਆਂ ਤੇ ਕੇਸ ਪਾ ਕੇ ਉਹਨਾਂ ਨੂੰ ਥਾਣੇ ਬੁਲਾ ਰਹੇ ਹੋ ਤੇ ਤੁਸੀਂ ਇਸ ਲੈਵਲ ਦੀਆਂ ਲਿਸਟਾਂ ਬਣਾ ਲਈਆਂ ਨੇ ਹਰ ਥਾਣੇ ਦੇ ਵਿੱਚ ਜਾ ਕੇ। ਉਹ ਵੀ ਇੱਕ ਕਰਪਸ਼ਨ ਦਾ ਵੀ ਸਾਧਨ ਹੈ, ਇੱਕ ਡਰ ਤੇ ਸਹਿਮ ਪੈਦਾ ਕਰਨ ਦਾ ਵੀ ਸਾਧਨ ਹੈ। ਤੁਸੀਂ ਪੰਜਾਬੀਆਂ ਦੀ ਅਣਖ ਤੇ ਪੰਜਾਬੀਆਂ ਦੀ ਸੋਝੀ ਮਾਰਨਾ ਚਾਹੁੰਦੇ ਹੋ, ਦੋਨੋਂ ਚੀਜ਼ਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਹ ਬਹੁਤ ਖਤਰਨਾਕ ਟ੍ਰੈਂਡ ਹੈ। ਇਹ ਅਨਡੈਮੋਕ੍ਰੈਟਿਕ ਹੈ, ਗੈਰ ਸੰਵਿਧਾਨਕ ਵੀ ਹੈ ਤੇ ਗੈਰ ਜਮਹੂਰੀ ਵੀ ਹੈ। ਇਸ ਨੂੰ ਧਿਆਨ ਦੇ ਵਿੱਚ ਰੱਖਣ ਦਾ ਕੁਐਸਚਨ ਹੈ। ਪੰਜਾਬ ਦੇ ਲੋਕਾਂ ਦੀ ਆਵਾਜ਼ ਸੁਣ ਕੇ ਮੈਨੂੰ ਲੱਗਦਾ ਸਰਕਾਰ ਨੂੰ ਰਿਵਿਊ ਕਰਨਾ ਚਾਹੀਦਾ ਆਪਣੇ ਫੈਸਲੇ ਤੇ, ਮੁੜ ਵਿਚਾਰ ਕਰਨੀ ਚਾਹੀਦੀ ਹੈ। ਇਹ ਵੀ ਨਹੀਂ ਦੱਸਿਆ ਕਿ ਕਦ ਤੱਕ ਹੋਊਗਾ। ਕਈ ਵਾਰ ਤਾਂ ਪਹਿਲਾਂ ਇਹ ਸੀ ਨਾ ਵੀ ਇਹ ਲਾਕਡਾਊਨ ਹੈ 15 ਦਿਨ ਲਈ, 5 ਦਿਨ ਲਈ, 7 ਦਿਨ ਲਈ। ਇਹ ਤਾਂ ਅਨਲਿਮਿਟਡ ਹਜੇ ਤੱਕ ਕੋਈ ਪਤਾ ਹੀ ਨਹੀਂ ਕਿੰਨੇ ਦਿਨ ਲਈ। ਇਹ ਤਾਂ ਕੋਈ ਜਗ੍ਹਾ ਮਤਲਬ ਦਿਨੇ ਨਹੀਂ ਦੱਸਿਆ ਕਿ ਕਿੰਨੇ ਦਿਨ ਤੱਕ ਚੱਲੂਗਾ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਪੰਜਾਬ ਦੀ ਕਾਂਗਰਸ ਸਰਕਾਰ ਹੈ, ਜੋ ਕਹਿਣ ਨੂੰ ਕਾਂਗਰਸ ਦੀ ਹੈ, ਕੇਂਦਰ ਵਿੱਚ BJP ਨਾਲ ਅੱਟੀ ਸੱਟੀ ਲਾ ਕੇ ਇਹੋ ਜਿਹਾ ਕੁਝ ਕਰ ਰਹੀ ਹੈ? ਤੁਹਾਨੂੰ ਇਹ ਜਾਪਦਾ? ਇੱਕ ਦੂਜੀ ਗੱਲ ਕਿ ਅਸਲ ਮੁੱਦਿਆਂ ਤੋਂ, ਆਮ ਮੁੱਦਿਆਂ ਤੋਂ, ਹੈਲਥ ਸੈਕਟਰ ਦਾ ਬੁਰਾ ਹਾਲ ਹੈ, ਐਜੂਕੇਸ਼ਨ ਸੈਕਟਰ ਦਾ ਬੁਰਾ ਹਾਲ ਹੈ, ਸੁੱਖ ਸਹੂਲਤਾਂ ਤਾਂ ਹੈ ਹੀ ਨਹੀਂ, ਸੜਕਾਂ ਤੇ ਹੋਰ ਜਲ ਸਭ ਕੁਝ ਸਪਲਾਈ ਲੋਕਾਂ ਲਈ ਬਹੁਤ ਬੁਰਾ ਹਾਲ ਹੈ, ਕੋਈ ਵੀ ਸਹੂਲਤਾਂ ਨਹੀਂ ਹੈਗੀ। ਕੀ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਾਸੇ ਤੋਂ, ਅਸਲ ਮੁੱਦਿਆਂ ਤੋਂ, ਪੜ੍ਹਾਈ ਲਿਖਾਈ ਤੋਂ, ਰੁਜ਼ਗਾਰ ਤੋਂ ਧਿਆਨ ਹਟਾਉਣ ਲਈ ਇਹ ਕੀਤਾ ਜਾ ਰਿਹਾ? ਮੈਨੂੰ ਲੱਗਦਾ ਕਿ ਇਹਦੇ 'ਚ ਤੁਸੀਂ ਤੁਹਾਡੀ ਆਸਥਾਈ ਗੱਲ ਤਾਂ ਉਹ ਤਾਂ ਸਾਰੇ ਹੀ ਨੇ। ਗਵਰਨਮੈਂਟ ਆਫ ਇੰਡੀਆ ਆਪਣੇ ਉਹ ਤਾਂ ਆਪਣੀ ਪਹੁੰਚ 'ਚੋਂ ਕੰਮ ਕਰ ਰਹੀ ਹੈ। ਜੋ RSS BJP ਦੀ ਹੈ, ਉਹ ਸਰਕਾਰਾਂ ਤੋੜ ਕੇ ਆਪਣੀਆਂ ਸਰਕਾਰਾਂ ਬਣਾਉਣ ਦੇ ਆਰੇ ਲੱਗੇ ਹੋਏ ਨੇ। ਉਹ ਇਸੇ ਕਰੋਨਾ 'ਚ ਆਰਡੀਨੈਂਸ ਜਾਰੀ ਕਰਕੇ ਕਿਸਾਨੀ ਨੂੰ ਤਬਾਹ ਕਰਨ ਤੇ ਲੱਗੇ ਨੇ। ਉਹ ਇਸੇ ਗੱਲ ਦੇ ਵਿੱਚ ਬਿਜਲੀ ਬਿੱਲ ਲਿਆ ਕੇ ਸਟੇਟਾਂ ਦੇ ਹੱਕ ਖੋਹਣ ਤੇ ਲੱਗੇ ਨੇ। ਜੇ ਤੁਸੀਂ ਇੰਨੇ ਗੰਭੀਰ ਹੋਵੋ ਕਿ ਆਪਾਂ ਇੱਕ ਬਹੁਤ ਵੱਡੀ ਮਹਾਮਾਰੀ ਨਾਲ ਲੜ ਰਹੇ ਹਾਂ, ਮੈਨੂੰ ਤਾਂ ਇਹ ਲੱਗੀ ਜਾਂਦਾ ਕਿ ਉਹਨਾਂ ਨੂੰ ਲੱਗਦਾ ਕਿ ਕੋਈ ਮਹਾਮਾਰੀ ਨਹੀਂ, ਆਪਾਂ ਮਹਾਮਾਰੀ ਦਾ ਡਰ ਦਿਖਾ ਕੇ ਆਪਣਾ ਕੰਮ ਉੱਲੂ ਸਿੱਧਾ ਕਰਨਾ। ਪ੍ਰਧਾਨ ਮੰਤਰੀ ਤਾਂ ਕਹਿ ਹੀ ਰਹੇ ਨੇ ਕਿ ਇਹਨੂੰ ਮੌਕੇ ਵਜੋਂ ਵਰਤਿਆ ਜਾਵੇ। ਇਸੇ ਕਰਕੇ ਜਿਹੜਾ ਇਹ ਕੰਮ ਕਰ ਰਹੇ ਨੇ ਸਟੇਟਾਂ ਵੀ, ਸਟੇਟਾਂ ਨੂੰ ਜਿਹੜੀ ਗੱਲ ਤੇ ਬੋਲਣਾ ਚਾਹੀਦਾ। ਪਹਿਲਾਂ ਤਾਂ ਕਿਉਂਕਿ ਇੱਕ ਐਕਟ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਐਕਟ ਹੈ 2005 ਦਾ ਬਣਿਆ ਹੋਇਆ, ਉਹਨੇ ਬਹੁਤ ਇੱਕ RGJ ਐਕਟ ਦੇ ਤਹਿਤ ਸੈਂਟਰਲਾਈਜ਼ ਕਰ ਲਈ ਪਾਵਰ। ਸ਼ੁਰੂ ਤੋਂ ਇਹ ਕਹਿੰਦੀ ਰਹੀ ਕੇਂਦਰ ਸਰਕਾਰ ਕਿ ਅਸੀਂ ਆਪਣੇ ਢੰਗ ਨਾਲ ਕਰਾਂਗੇ, ਹਰ ਸਟੇਟ ਨੂੰ ਇਹ ਗੱਲ ਮੰਨਣੀ ਪਊਗੀ।
ਪਰ ਜਦੋਂ ਦੇਸ਼ ਆ ਕੇ ਫਸ ਗਿਆ ਹੁਣ ਇਸ ਸੰਕਟ ਦੇ ਵਿੱਚ, ਹੁਣ ਕਹਿੰਦੇ ਸੂਬੇ ਆਪਣਾ ਆਪਣਾ ਸੋਚਣ, ਤੇ ਸੂਬੇ ਹੁਣ ਕਹਿੰਦੇ ਨੇ ਡੀਸੀ ਆਪਣਾ ਆਪਣਾ ਸੋਚਣ, ਹੇਠਾਂ ਤੋਂ ਆਪਣਾ ਆਪਣਾ ਕੰਮ ਕਰੋ, ਜੋ ਵੀ ਮਰਜ਼ੀ ਕਰੋ, ਫਿਰ ਤੁਸੀਂ ਉਧਰ ਚੱਲ ਪੈਂਦੇ ਹੋ। ਅਸਲ ਦੇ ਵਿੱਚ ਤੁਸੀਂ ਬਲੇਮ ਦਾ ਵਿਕਟਮ ਥਿਉਰੀ ਤੇ ਕੰਮ ਕਰ ਰਹੇ ਹੋ ਕਿ ਜਿਹੜਾ ਪੀੜਤ ਹੈ ਉਹਨੂੰ ਹੀ ਸਜ਼ਾ ਦੇ ਰਹੇ ਹੋ, ਉਹਨੂੰ ਹੀ ਇਲਜ਼ਾਮ ਲਾ ਰਹੇ ਹੋ। ਤੁਹਾਨੂੰ ਇੰਨੇ ਸਮੇਂ ਦੇ ਵਿੱਚ ਚਾਹੀਦਾ ਇਹ ਸੀ ਕਿ ਜੇਕਰ ਕਰੋਨਾ ਦੇ ਲਈ ਤੁਸੀਂ ਇੰਨਾ ਚਿਰ ਕਾਰੋਬਾਰ ਬੰਦ ਕੀਤੇ, ਅਰਥ ਵਿਵਸਥਾ ਤਬਾਹ ਹੋ ਗਈ, ਲੋਕਾਂ ਦੇ ਰੁਜ਼ਗਾਰ ਚਲੇ ਗਏ, ਇਹਦੇ ਬਾਵਜੂਦ ਕਿ ਤੁਸੀਂ ਇਸ ਸਮੇਂ 'ਚ ਪ੍ਰਬੰਧ ਕਰੋਗੇ, ਤੁਸੀਂ ਹਸਪਤਾਲਾਂ ਦਾ, ਤੁਸੀਂ ਦਵਾਈਆਂ ਦਾ, ਤੁਸੀਂ ਕਰੋਨਾ ਦੇ ਨਾਲ ਲੜਨ ਰਹੇ ਹੋਰ ਢੰਗ ਤਰੀਕਿਆਂ ਦਾ, ਜੋ ਵੀ ਬੰਦ ਕੀਤਾ ਉਹਨਾਂ ਲੋਕਾਂ ਤੱਕ ਖਾਣ ਪੀਣ ਮੈਨੇਜਮੈਂਟ ਕਰੋਗੇ, ਬਿਲਕੁਲ ਉਹ ਪ੍ਰਬੰਧ ਤੁਸੀਂ ਕਰ ਨਹੀਂ ਪਾਏ। ਕੇਸ ਲਗਾਤਾਰ ਵੱਧ ਰਹੇ ਨੇ, ਜਿੰਨੇ ਵੀ ਤੁਸੀਂ ਟੈਸਟ ਕਰੀ ਜਾ ਰਹੇ ਹੋ, ਪਹਿਲੇ 3 ਮਹੀਨਿਆਂ 'ਚ ਵੱਧ ਤੋਂ ਵੱਧ ਟੈਸਟ ਕੀਤੇ ਹੁੰਦੇ ਤਾਂ ਉਹ ਟੈਸਟ ਉਸ ਪੱਧਰ ਦੇ ਉੱਤੇ ਹੋ ਜਾਂਦੇ, ਤੇ ਉਸ ਤੋਂ ਬਾਅਦ ਜਿਹੜੀ ਇਹਨੂੰ ਹਾਰਡ ਇਮਿਊਨਿਟੀ ਕਹਿੰਦੇ ਨੇ ਕਿ ਆਮ ਲੋਕਾਂ ਦੇ ਬਹੁਤੀ ਹੋ ਗਈ ਹੈ ਤੇ ਹੁਣ ਚਲੋ ਇਹਦਾ ਕੋਈ ਖਤਰਾ ਨਹੀਂ ਹੈ, ਤੁਸੀਂ ਉਹ ਗੱਲ ਨਹੀਂ। ਨਾਲੇ ਤੁਸੀਂ ਕਹੀ ਜਾ ਰਹੇ ਹੋ ਕਿ 80-85% ਨੌਜਵਾਨਾਂ ਦੇ ਵਿੱਚ 50 ਸਾਲ ਤੋਂ ਹੇਠਾਂ ਇਹਦੇ ਸਿੰਪਟਮ ਨਹੀਂ ਆਉਂਦਾ, ਤੇ ਸਿੰਪਟਮ ਨਹੀਂ ਆਉਂਦਾ ਆਪਣੇ ਆਪ ਠੀਕ ਹੋ ਜਾਂਦਾ ਹੈ। ਹੁਣੇ ਅਜੇ WHO ਦਾ ਕੱਲ ਦਾ ਇੱਕ ਸੱਦਾ ਕਿ ਜਿਹੜਿਆਂ ਨੂੰ ਸਿੰਪਟਮ ਨਹੀਂ ਆਉਂਦੇ, ਲੱਛਣ ਨਹੀਂ ਦਿਖਾਈ ਦਿੰਦੇ, ਉਹਨਾਂ ਤੋਂ ਦੂਜੇ ਬੰਦੇ ਨੂੰ ਲੱਗ ਵੀ ਬਹੁਤ ਥੋੜਾ ਰਿਹਾ, ਕਿਉਂਕਿ ਜੇ ਤੁਹਾਨੂੰ ਨਿਛਾ ਨਹੀਂ ਆਉਂਦੀ, ਜੇ ਤੁਹਾਨੂੰ ਖਾਂਸੀ ਨਹੀਂ ਆਉਂਦੀ ਤਾਂ ਅੱਗੇ ਟ੍ਰਾਂਸਫਰ ਨਹੀਂ ਹੁੰਦਾ। ਫਿਰ ਤੁਸੀਂ ਕਿਹਦੀ ਮੰਨਦੇ ਹੋ, ਜਾਂ WHO ਦੀ ਮੰਨਦੇ ਹੋ ਜਾਂ ਕਿਹਦੀ ਮੰਨਦੇ ਹੋ? ਮੈਨੂੰ ਤਾਂ ਲੱਗਦਾ ਸਕੂਲ ਤੇ ਕਾਲਜ, ਖਾਸ ਤੌਰ ਤੇ ਹਾਈ ਸਕੂਲਾਂ ਤੋਂ ਲੈ ਕੇ ਕਾਲਜ ਔਰ ਯੂਨੀਵਰਸਿਟੀ ਖੁੱਲ੍ਹਣੇ ਚਾਹੀਦੇ ਸੀਗੇ। ਜਿਹੜਾ ਬਜ਼ੁਰਗ, ਕੋਈ ਬਜ਼ੁਰਗਾਂ ਨੂੰ ਦੂਰ ਰੱਖਣਾ ਹੈ, ਬਜ਼ੁਰਗ ਪ੍ਰੋਫੈਸਰ ਸੀ ਉਹ ਦੂਰੋਂ ਖੜ ਕੇ ਪੜਾਉਂਦਾ, ਕੋਈ ਨੇੜੇ ਨਾ ਲੱਗੇ, ਚਲੋ ਜੇ ਬਜ਼ੁਰਗ ਸੀ। ਤੇ ਨੌਜਵਾਨਾਂ ਦੇ ਵਿੱਚ ਤਾਂ ਆਪੀ ਹਾਰਡ ਇਮਿਊਨਿਟੀ ਹੋ ਜਾਣੀ ਸੀ, ਤੇ ਜੇ ਤੁਸੀਂ ਉੱਥੇ ਰੱਖ ਕੇ ਉਹਨਾਂ ਨੂੰ ਹੋਸਟਲਾਂ ਦੇ ਵਿੱਚ ਹੀ ਰੋਟੀ ਦਿੰਦੇ, ਪਾਣੀ ਦਿੰਦੇ। ਘਰਾਂ ਦੇ ਵਿੱਚ ਕਿਉਂ ਰੋਕਿਆ ਸਾਰਾ ਕੁਝ? ਇਸ ਕਰਕੇ ਰੋਕਿਆ, ਜਿਹੜੇ ਦੇਸ਼ਾਂ ਦਾ ਵੀ ਤਜਰਬਾ ਹੈ ਕਿ ਜੇ ਕਿਸੇ ਨੌਜਵਾਨ ਬੰਦੇ ਨੂੰ ਹੋ ਵੀ ਗਿਆ, ਉਹਨੂੰ ਨਹੀਂ ਬਹੁਤਾ ਅਸਰ ਪੈਣਾ, ਘਰ ਜਾ ਕੇ ਬਜ਼ੁਰਗ ਨੂੰ ਲਾਗ ਲੱਗ ਸਕਦੀ ਹੈ, ਬਜ਼ੁਰਗ ਨੂੰ ਸੰਕਟ ਖੜਾ ਹੋ ਸਕਦਾ ਹੈ। ਉਨੇ ਦਿਨ ਲਈ ਬਲਕਿ ਤੁਸੀਂ ਯੂਨੀਵਰਸਿਟੀਆਂ 'ਚ, ਕਾਲਜਾਂ 'ਚ ਰੱਖਣ ਦਾ ਪ੍ਰਬੰਧ ਕਰ ਲਓ ਯੂਥ ਨੂੰ। ਬਿਲਕੁਲ ਬਿਲਕੁਲ ਠੀਕ ਤਰੀਕਾ ਹੈ, ਮਤਲਬ ਕੋਈ ਤਰੀਕਾ ਤਾਂ ਲੜਨ ਦਾ ਤੁਸੀਂ ਉਸ ਲੈਵਲ ਤੇ ਭੇਜੋ ਨਾ, ਜਿਹੜੀਆਂ ਉਹਨਾਂ ਦੀਆਂ ਦੱਸੀਆਂ ਗੱਲਾਂ ਜੇ ਮੰਨ ਲਈਏ ਤਾਂ ਫਿਰ ਐਕਸ਼ਨ ਪ੍ਰੋਗਰਾਮ ਹੋਰ ਹੋਣਾ ਚਾਹੀਦਾ। ਐਕਸ਼ਨ ਪ੍ਰੋਗਰਾਮ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸਾਰੇ ਬੰਦਿਆਂ ਨੂੰ ਬੰਦ ਕਰ ਦਿਓ, ਸਾਰੇ ਬੰਦਿਆਂ ਨੂੰ ਰੋਕ ਦਿਓ, ਉਹਨਾਂ ਦੀ ਗੱਲ ਨਾ ਸੁਣੋ, ਗੱਲ ਕਰਨੇ ਨਾ ਦਿਓ ਕਿਸੇ ਵੀ ਰੂਪ ਦੇ ਵਿੱਚ। ਇਸ ਸਾਰੇ ਮਾਮਲੇ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਿਵੇਂ ਬਿਊਰੋਕ੍ਰੈਟਿਕ ਸਟਾਈਲ ਦੇ ਵਿੱਚ ਜੋ ਮੇਰੇ ਮਨ 'ਚ ਅੱਜ ਆਇਆ, ਜਦੋਂ ਮੈਂ 7ਵੇਂ ਦਿਨ ਸੰਬੋਧਨ ਕਰੂੰਗਾ, ਮੈਂ ਕੋਈ ਨਵੀਂ ਗੱਲ ਤਾਂ ਕਰਨੀ ਹੋਏ, ਉਹ ਇੱਕ ਅੱਧੀ ਜਿਹੜੀ ਨਵੀਂ ਗੱਲ ਕਰਨੀ ਹੈ ਮੈਂ ਇਹੋ ਜਿਹੀ ਕਰਨਾ ਚਾਹੁੰਦਾ, ਐਜ ਏ ਚੀਫ ਮਿਨਿਸਟਰ ਕਰ ਦਿੰਦੇ ਨੇ ਕਿ ਜੀ ਅੱਜ ਮੈਂ ਹੁਣ ਸਖਤੀ ਕਰੂੰਗਾ। ਫਿਰ ਅਗਲੇ ਦਿਨ ਮੇਰਾ ਇਹ ਆ ਜਾਂਦਾ ਦਿਮਾਗ ਦੇ ਵਿੱਚ ਵੀ ਨਹੀਂ, ਇਹ ਵੀ ਗੱਲ ਬਣੀ ਨਹੀਂ, ਤੇ ਅਗਲੇ ਵਾਰ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਜੀ ਆਪਾਂ ਸਖਤੀ ਤਾਂ ਜ਼ਿਆਦਾ ਨਹੀਂ, ਇਹਦੇ ਨਾਲ ਹੀ ਚੱਲਣਾ ਪੈਣਾ, ਕਰੋਨਾ ਵੀ ਰਹੂਗਾ, ਆਪਣੇ ਸਾਰੇ ਕੰਮ ਵੀ ਰਹਿਣਗੇ, ਨਾਲ ਨਾਲ ਚੱਲਣਾ ਪੈਣਾ। ਫਿਰ ਤੁਸੀਂ ਕਹਿੰਦੇ ਚਲੋ ਇਹਨੂੰ ਆਪਾਂ ਢਿੱਲ ਦੇ ਦਿੰਦੇ ਹਾਂ। ਹੁਣ ਧਾਰਮਿਕ ਸੰਸਥਾਵਾਂ ਖੁੱਲ੍ਹ ਗਈਆਂ ਨੇ, ਸਾਰੇ ਲੋਕ ਜਾ ਰਹੇ ਨੇ ਬੱਸਾਂ ਦੇ ਵਿੱਚ। ਹੁਣ ਤੁਸੀਂ ਇੱਕ ਸਵਾਰੀ ਇੱਕ ਸੀਟ ਛੱਡ ਕੇ ਵੀ ਨਹੀਂ, ਪੂਰੀਆਂ ਸੀਟਾਂ ਤੇ ਜਾ ਸਕਦੇ ਹੋ। ਏਅਰ ਬਾਈ ਏਅਰ ਤੁਸੀਂ ਸਾਰੀਆਂ ਸੀਟਾਂ ਭਰ ਕੇ ਜਾ ਸਕਦੇ ਹੋ ਜਿੱਥੇ ਵੀ ਮਰਜ਼ੀ ਜਾਣਾ ਚਾਹੁੰਦੇ ਹੋ। ਔਰ ਜਿੰਨੀਆਂ ਮਾਲਜ ਦੇ ਵਿੱਚ ਤੁਸੀਂ ਜਾ ਸਕਦੇ, ਸਰਕਾਰੀ ਡਿਪਾਰਟਮੈਂਟ ਹੁਣ 100% ਨਫਰੀ ਨਾਲ ਤੁਸੀਂ ਦੁਬਾਰਾ ਖੋਲ੍ਹਤੇ ਨੇ, ਜਿਹੜੇ ਸਰਕਾਰੀ ਦਫ਼ਤਰ ਨੇ, ਹਰ ਚੀਜ਼ ਪੂਰੇ ਤਰੀਕੇ ਨਾਲ ਚਲਾਤੀ ਹੈ ਤੁਸੀਂ। ਤਾਂ ਫਿਰ 20 ਬੰਦਿਆਂ ਦਾ, 50 ਬੰਦਿਆਂ ਦਾ ਧਰਨਾ, ਮੁਜ਼ਾਹਰਾ, ਮੀਟਿੰਗ, ਕਾਨਫਰੰਸ, ਸੈਮੀਨਾਰ, ਇਹ ਕਿਉਂ ਬੰਦ ਕਰਦੇ? ਕਿਉਂਕਿ ਲੋਕ ਰੈਜ਼ਿਸਟੈਂਸ, ਫਿਰ ਤਾਂ ਸਪਸ਼ਟ ਹੈ ਨਾ ਕਿ ਲੋਕਾਂ ਦਾ ਜਿਹੜੀ ਵਿਰੋਧ ਹੈ, ਜੋ ਲੋਕ ਵਿਰੋਧ ਦਰਜ ਕਰਾ ਰਹੇ ਨੇ ਤੇ ਉਹ ਰੈਜ਼ਿਸਟੈਂਸ ਦੇਣੀ ਚਾਹੁੰਦੇ ਨੇ ਗਲਤ ਗੱਲਾਂ ਵਿਰੁੱਧ, ਸਰਕਾਰ ਦੀਆਂ ਵਿਰੁੱਧ, ਉਹਨਾਂ ਨੂੰ ਰੋਕਣਾ। ਮੈਨੂੰ ਲੱਗਦਾ ਇਹਦਾ ਫਾਇਦਾ ਹੈ ਜਦੋਂ ਲੋਕ ਸਾਹਮਣੇ ਆਉਣਗੇ। ਕਿੰਨੇ ਮਿਨਿਸਟਰ ਨੇ, ਚੀਫ ਮਿਨਿਸਟਰ ਇਹ ਕਹਿੰਦੇ ਨੇ ਹਫ਼ਤੇ ਬਾਅਦ ਉਹ ਕਰਦੇ ਨੇ ਕਿ ਮੈਨੂੰ ਜਿਹੜੇ ਬੰਦਿਆਂ ਨੇ ਮੇਰੇ ਤੋਂ ਸਵਾਲ ਪੁੱਛੇ ਨੇ ਮੈਂ ਉਹਨਾਂ ਦੀ ਗੱਲ ਕਰਦਾ। ਚੀਫ ਮਿਨਿਸਟਰ ਦੀ ਮੇਲ ਤੇ ਜਾਂ ਫੇਸਬੁੱਕ ਤੇ ਜਾਂ ਐਪ ਤੇ ਕਿੰਨੇ ਬੰਦੇ ਨੇ ਜਿਹੜੇ ਆਪਣੀ ਗੱਲ ਕਹਿ ਦੇਣਗੇ। ਇਹਦਾ ਮਤਲਬ ਇਹ ਹੈ ਕਿ ਤੁਸੀਂ ਸਾਰੇ ਅਨਪੜ੍ਹ ਬੰਦੇ, ਮੈਜੋਰਿਟੀ ਪੇਂਡੂ ਬੰਦੇ, ਖਾਸ ਤੌਰ ਤੇ ਔਰਤਾਂ ਤੇ ਖਾਸ ਤੌਰ ਤੇ ਗਰੀਬ, ਉਹਨਾਂ ਦੀ ਸਮੱਸਿਆ ਸੁਣਨ ਤੋਂ ਬਾਹਰ ਕਰ ਦਿੱਤੇ ਗਏ ਨੇ ਸਾਰੇ ਬੰਦੇ। ਉਹਨਾਂ ਦੀ ਵੀ ਤੁਸੀਂ ਸੁਣੋਗੇ, ਤੁਸੀਂ ਉਹਨਾਂ ਨੂੰ ਗਿਣਤੀ 'ਚ ਨਹੀਂ ਰੱਖ ਰਹੇ, ਗਿਣਤੀ 'ਚ ਆ ਨਹੀਂ ਰਹੇ, ਕਿਉਂਕਿ ਉਹਨਾਂ 'ਚ ਉਹ ਐਜੂਕੇਟਡ ਵੀ ਨਹੀਂ ਉਸ ਲੈਵਲ ਦੇ, ਟੈਕਨੋਲੋਜੀ ਵੀ ਉਹਨਾਂ ਕੋਲ ਨਹੀਂ, ਉਹਨਾਂ ਨੂੰ ਤਾਂ ਸ਼ਾਇਦ ਚੀਫ ਮਿਨਿਸਟਰ ਦਾ ਨਾਮ ਵੀ ਨਾ ਪਤਾ ਹੋਵੇ, ਐਪ ਤਾਂ ਬਾਅਦ ਦੀ ਗੱਲ ਹੈ, ਉਹਦੇ ਨਾਲ ਗੱਲ ਕੋਈ ਨਹੀਂ ਹੈ। ਜਿਵੇਂ ਆਨਲਾਈਨ ਪ੍ਰੋਸੀਜਰ ਦੇ ਵਿੱਚ ਤੁਸੀਂ ਸਾਰੇ 80% ਗਰੀਬ ਬਾਹਰ ਕੱਢਤੇ ਹਰ ਗੱਲ ਦੇ ਵਿੱਚੋਂ, ਉਸੇ ਤਰੀਕੇ ਦੇ ਨਾਲ ਇਹ ਵੀ ਢਾਂਚਾ ਵੀ ਤੁਸੀਂ ਮੈਨੂੰ ਆਨਲਾਈਨ ਪੁੱਛ ਲਓ ਜੀ। ਉਹ ਬੰਦਾ ਤਾਂ ਚੱਲ ਕੇ ਉੱਥੋਂ ਆਏਗਾ ਜਿਹੜਾ ਤਕਲੀਫ 'ਚ ਤੁਰਿਆ ਫਿਰਦਾ, ਉਹਨੂੰ ਕੁਛ ਨਹੀਂ ਆਨਲਾਈਨ ਦਾ ਪਤਾ, ਤੇ ਨਾ ਉਹਦੀ ਕੋਈ ਸੁਣਵਾਈ ਕਰਦਾ ਕਿਤੇ, ਬਲਕਿ ਉਹੇ ਜਿਹੇ ਬੰਦਿਆਂ ਦੀ ਸੁਣਵਾਈ ਲਈ ਤੁਸੀਂ ਕੋਸ਼ਿਸ਼ ਕੀਤੀ। ਮੈਂ ਸੁਣਿਆ ਚੀਫ ਮਿਨਿਸਟਰ ਦਾ ਟੋਟਲ ਭਾਸ਼ਣ, ਇੱਕ ਬੰਦੇ ਨੇ ਇਹ ਕਿਹਾ ਜੀ ਕਿ ਮੇਰੇ ਦਾਦਾ ਜੀ ਤੁਹਾਡੀ ਕਿਸੇ ਰੈਜੀਮੈਂਟ 'ਚ ਰਹੇ ਨੇ, ਬਹੁਤ ਚੰਗੀ ਗੱਲ ਹੈ। ਚੀਫ ਮਿਨਿਸਟਰ ਕਹਿ ਰਹੇ ਨੇ ਕਿ ਜੀ ਮੈਂ ਤੁਹਾਡੇ ਦਾਦਾ ਜੀ ਨੂੰ ਗੱਡੀ ਭੇਜੂੰਗਾ, ਮੈਂ ਉਹਨੂੰ ਮਿਲਣਾ ਚਾਹੁੰਦਾ ਤੇ ਇੱਥੇ ਲਿਆਇਓ।
ਹੋਰ ਵੀ ਬਹੁਤ ਚੰਗੀ ਗੱਲ ਹੈ, ਹੋਰ ਬਹੁਤ ਦਾਦਾ ਜੀ ਲੋਕਾਂ ਦੇ ਬੈਠੇ ਨੇ ਜਿਹੜੇ ਗਰੀਬ ਨੇ, ਜਿਹਨੂੰ ਪੈਨਸ਼ਨ ਨਹੀਂ ਮਿਲ ਰਹੀ ਟਾਈਮ ਤੇ, ਜਿਹੜਾ ਰੋਜੀ ਰੋਟੀ ਦਾਦਿਆਂ ਦੇ ਪੋਤੇ ਵੀ ਬੇਰੁਜ਼ਗਾਰ ਤੁਰੇ ਫਿਰਦੇ ਨੇ ਵੀ ਨਹੀਂ, ਉਹਨਾਂ ਨੂੰ ਵੀ ਮਿਲੋ, ਉਹਨਾਂ ਦੀ ਗੱਲ ਸੁਣੋ ਤੁਸੀਂ ਘੱਟੋ ਘੱਟ। ਬਾਕੀ ਤਾਂ ਸਵਾਲ ਇਹ ਗੱਡੀ ਨਾ ਭੇਜੋ, ਉਹ ਕਹਿੰਦੇ ਸੀ ਆਪ ਹੀ ਆ ਜਾਣਾ, ਸਾਡੀ ਗੱਲ ਸੁਣ ਲਓ। ਔਰ ਗੱਲ ਉਹ ਸਾਰੇ ਸੁਣਾਉਣਾ ਚਾਹੁੰਦੇ ਨੇ, ਔਰ ਇਹ ਇੱਕ ਚੰਗੀ ਗੱਲ ਹੈ। ਤੁਸੀਂ ਇਸ ਗੱਲ ਨੂੰ ਯਾਦ ਰੱਖਦੇ ਹੋ, ਮੇਰੇ ਨਾਲ ਕਦੇ ਕੋਈ ਰਿਹਾ ਤੇ ਮੈਂ ਉਹਨੂੰ ਮਿਲਣਾ ਚਾਹੁੰਦਾ, ਇਹ ਨਹੀਂ ਮਾੜੀ ਗੱਲ। ਪਰ ਤੁਸੀਂ ਸਟੇਟ ਦੇ ਚੀਫ ਮਿਨਿਸਟਰ ਹੋ, ਹੁਣ ਇਕੱਲੇ ਫੌਜੀ ਨਹੀਂ ਹੋ, ਤੇ ਉਹ ਚੀਫ ਮਿਨਿਸਟਰ ਸਾਰੇ ਲੋਕ ਤੁਹਾਡੇ ਤੋਂ ਉਮੀਦ ਕਰਦੇ ਨੇ ਕਿ ਮੈਂ ਆਪਣੀ ਗੱਲ ਦੱਸਣਾ ਚਾਹੁੰਦਾ, ਕੋਈ ਨਾ ਕੋਈ ਉਸ ਗੱਲ ਤੇ ਵੀ ਅਮਲ ਕਰਨ ਦੀ ਲੋੜ ਹੁੰਦੀ ਹੈ। ਜਾਂ ਤੁਸੀਂ ਐਸਾ ਪੈਰਾਫਰਨੇਲੀਆ ਆਪਦਾ ਸਿਸਟਮ ਕਰੋ ਕਿ ਹੋਰ ਬੰਦੇ ਉਹਨਾਂ ਦੀ ਗੱਲ ਸੁਣਨ, ਜਿਹੜੇ ਗੱਲ ਫੈਸਲਾ ਕਰ ਸਕਣ, ਫੈਸਲਾ ਕੁਨ ਤਾਕਤ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਸਕਣ। ਅਫਸਰ ਤਾਂ ਦਫ਼ਤਰਾਂ 'ਚ ਵੈਸੇ ਹੀ ਗਰੀਬ ਆਦਮੀ ਦੀ ਗੱਲ ਨਹੀਂ ਸੁਣਦੇ, ਜੇ ਚੀਫ ਮਿਨਿਸਟਰ ਪੱਧਰ ਤੇ ਜਾ ਕੇ ਤੁਸੀਂ ਇਹ ਕਹਿ ਦੋਗੇ ਕਿ ਇਹਨਾਂ ਦਾ ਗੱਲ ਸੁਣੋ ਹੀ ਨਾ, ਬਿਲਕੁਲ ਡਾਂਗਾ ਮਾਰ ਕੇ ਭਜਾ ਦਿਓ, ਜਿਹੜੇ 20 ਬੰਦੇ ਇਕੱਠੇ ਹੁੰਦੇ ਨੇ ਤੇ FIR ਦਰਜ ਕਰ ਲਓ, ਗੱਲ ਹੀ ਨਾ ਸੁਣੋ, ਤਾਂ ਉਹ ਕਿੱਧਰ ਜਾਣਗੇ ਬੰਦੇ? ਤੁਸੀਂ ਮੈਨੂੰ ਦੱਸੋ ਕਿ ਇਹ ਸਾਰੇ ਮਾਹੌਲ ਦੇ ਵਿੱਚ ਉਹ ਬੰਦੇ ਕਿੱਥੇ ਜਾਣ? ਕੀ ਇਹ ਬ੍ਰਿਟਿਸ਼ਰ ਰੂਲ ਹੈ ਕਿ ਸਾਰਾ ਪੰਜਾਬ 'ਚ 144 ਲਾਤੀ ਹੈ ਤੁਸੀਂ ਤੇ ਜ਼ਿੰਦਗੀ ਰੁਕ ਜਾਵੇ? ਇਸ ਤਰ੍ਹਾਂ ਜ਼ਿੰਦਗੀ ਰੁਕ ਜਾਵੇ, 5 ਬੰਦੇ ਇਕੱਠੇ ਨਹੀਂ ਹੋ ਸਕਦੇ ਤੇ ਉਸ ਤੋਂ ਬਾਅਦ ਤੁਹਾਡੇ ਖਿਲਾਫ ਪਰਚਾ ਦਰਜ ਹੋ ਜਾਏਗਾ। ਤੇ ਜਿਹੜੀ 20-21 ਜੁਲਾਈ ਦੀ ਕਿਸਾਨਾਂ ਦੀ ਐਜੀਟੇਸ਼ਨ ਆ, ਇਹਨਾਂ ਆਰਡੀਨੈਂਸਾਂ ਦੇ ਖਿਲਾਫ ਉਹਨਾਂ ਨੇ ਟਰੈਕਟਰਾਂ ਤੇ ਰੋਸ ਪ੍ਰਦਰਸ਼ਨ ਕਰਨੇ ਨੇ, ਟਰੈਕਟਰ ਲੈ ਕੇ ਆਪਣੇ ਆਪਣੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਜਾਣਗੇ, ਤੇ ਇਹਦਾ ਫਿਰ ਕੀ ਭਵਿੱਖ ਹੋਏਗਾ ਆਉਂਦੇ ਦਿਨਾਂ ਵਿੱਚ? ਫਿਰ ਇਹ ਕਿਸ ਤਰ੍ਹਾਂ ਹੋ ਸਕੇਗੀ ਐਜੀਟੇਸ਼ਨ? ਕਿਉਂਕਿ ਉਹ ਵੀ ਬਜ਼ਿੱਦ ਨੇ, ਤੇ ਉਹ ਇਹਨਾਂ ਪਾਬੰਦੀਆਂ ਨੂੰ, ਸਰਕਾਰ ਵੱਲੋਂ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਨੂੰ ਉਹ ਗਲਤ ਕਰਾਰ ਦੇ ਰਹੇ ਨੇ। ਆਮ ਸਾਰੀਆਂ ਹੀ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਵੀ ਉਹ ਇਹਨਾਂ ਤੇ ਇਤਰਾਜ਼ ਜਤਾ ਰਹੀਆਂ ਨੇ, ਤਾਂ ਇਹ ਵੀ ਹੋ ਸਕਦਾ ਕਿ ਹੋਰ ਜਥੇਬੰਦੀਆਂ ਵੀ ਉਹਨਾਂ ਦੇ ਨਾਲ ਆ ਲੱਗਣ। ਨਹੀਂ, ਮੇਰੇ ਖਿਆਲ ਲੱਗਣਾ ਬਹੁਤ ਜਥੇਬੰਦੀਆਂ ਨੇ ਉਹਨਾਂ ਦੀ ਸਪੋਰਟ ਕੀਤੀ ਹੈ ਕਿ 20 ਨੂੰ ਅਸੀਂ ਕਰਾਂਗੇ, ਨਾਲ ਉਹਨਾਂ ਨੇ ਵੀ ਕਿਹਾ ਵੀ ਅਸੀਂ ਤੁਹਾਡੀ ਸਪੋਰਟ ਕਰਾਂਗੇ ਜਿਹੜੀ 27 ਜੁਲਾਈ ਤੋਂ ਤੁਸੀਂ ਸੰਘਰਸ਼ ਸ਼ੁਰੂ ਕਰ ਦਿਓ ਇੱਕ ਦੂਜੇ ਦਾ ਜੀ। ਔਰ ਨਾਲ ਉਹਨਾਂ ਦਾ ਜਿਹੜਾ ਇਹ ਐਕਸ਼ਨ ਹੈ, ਇਹ ਕਰੋਨਾ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਹੈ। ਇਹ ਕੋਈ ਇਕੱਠ ਨਹੀਂ ਹੈ, ਇਕੱਠਾ ਕਰਕੇ ਹਜ਼ਾਰਾਂ ਬੰਦਾ ਨਹੀਂ ਇਕੱਠਾ ਹੋ ਰਿਹਾ, ਇਹ ਟਰੈਕਟਰ ਲਾਈਨ 'ਚ ਖੜੇ ਕਰਨੇ ਨੇ। ਜੇਕਰ ਪੰਜਾਬ ਦੀ ਆਪਾਂ ਗੱਲ ਦੇਖੀਏ, ਥੋੜਾ ਜਿਹਾ ਪਿੱਛੇ ਜਾਈਏ, ਜਦੋਂ 2015 ਦੀ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਸੀ ਤੇ ਇਸੇ ਤਰ੍ਹਾਂ ਹੀ ਬਹਿਬਲਪੁਰ ਵਾਲਾ ਕੇਸ ਸੀ, ਉਦੋਂ ਇੱਕਦਮ ਬਾਅਦ ਪੰਜਾਬ ਦੇ ਲੋਕਾਂ 'ਚ ਗੁੱਸਾ ਇਸ ਲੈਵਲ ਤੇ ਆਇਆ ਤੇ ਲਗਭਗ 15 ਦਿਨ ਲੋਕ ਪਿੰਡਾਂ 'ਚੋਂ ਆਉਂਦੇ, ਆਪਦੇ ਏਰੀਏ ਸੜਕਾਂ ਤੇ ਖੜ੍ਹਦੇ, ਸਤਨਾਮ ਵਾਹਿਗੁਰੂ ਕਰਦੇ, ਕੋਈ ਸੜਕ ਨਹੀਂ ਰੋਕੀ ਗਈ, ਕੋਈ ਕਿਸੇ ਬੰਦੇ ਨਾਲ ਕਲੇਸ਼ ਨਹੀਂ ਹੋਇਆ, ਕੋਈ ਹਿੰਸਾ ਨਹੀਂ ਹੋਈ, ਤੇ ਸਰਕਾਰ ਜਾਮ ਹੋ ਗਈ ਸੀ ਟੋਟਲ। ਸਰਕਾਰੀ ਚੀਫ ਮਿਨਿਸਟਰ, ਡਿਪਟੀ ਚੀਫ ਮਿਨਿਸਟਰ ਤੇ ਮੰਤਰੀ ਨਿਕਲਣ ਤੋਂ ਹਟ ਗਏ ਸੀ ਸੜਕਾਂ ਤੋਂ। ਲੋਕਾਂ ਦਾ ਉਹ ਗੁੱਸਾ, ਜਿਹੜਾ ਅਮਨਮਈ ਤੇ ਸ਼ਾਂਤਮਈ ਗੁੱਸਾ ਸੀ, ਉਹ ਪੰਜਾਬ ਦੇਖ ਚੁੱਕੇ ਆ। ਉਹ ਅਲੱਗ ਸਵਾਲ ਹੈ ਕਿ ਉਹਦੇ 'ਚ ਏਜੰਸੀਆਂ ਦਾ ਆਪਰੇਸ਼ਨ ਹੋਵੇ ਜਾਂ ਕੁਝ ਲੋਕਾਂ ਦੀ ਇਨਵੋਲਵਮੈਂਟ ਹੋਵੇ, ਜਿਨ੍ਹਾਂ ਨੇ ਸਰਬੱਤ ਖਾਲਸਾ ਛਡਵਾ ਕੇ ਪੈਰਲਲ ਜਥੇਦਾਰ ਬਣਵਾਤੇ, ਉਹਨੂੰ ਡਿਫਿਊਜ਼ ਕਰਤਾ ਉਸੇ ਦਿਨ ਜਾ ਕੇ ਉਹ ਸਾਰੀ ਮੂਵਮੈਂਟ ਨੂੰ, ਅਲੱਗ ਟਾਈਪ ਦਾ, ਕਿਉਂਕਿ ਉਹ ਸਾਜ਼ਿਸ਼ਾਂ ਵੀ ਚੱਲਦੀਆਂ ਨੇ। ਤੁਸੀਂ ਲੋਕਾਂ ਦੀ ਡੈਮੋਕ੍ਰੈਟਿਕ ਮੂਵਮੈਂਟ ਬਿਲਡ ਹੋਣਾ ਦੇਣਾ ਨਹੀਂ ਚਾਹੁੰਦੇ। ਤੁਸੀਂ ਚਾਹੁੰਦੇ ਹੋ ਜੇਕਰ ਹਿੰਸਕ ਮੂਵਮੈਂਟ ਹੋਏਗੀ ਉਹਨੂੰ ਜਦ ਮਰਜੀ ਮਾਰ ਵੀ ਲਵਾਂਗੇ ਤੇ ਸਟੇਟ ਮਜ਼ਬੂਤ ਵੀ ਹੋਏਗੀ, ਪਰ ਜਿਹੜੀ ਜਮਹੂਰੀ ਮੂਵਮੈਂਟ ਹੁੰਦੀ ਹੈ ਉਹ ਲੋਕਾਂ ਨੂੰ ਤਾਕਤਵਰ ਬਣਾਉਂਦੀ ਹੈ ਉਸ ਪੱਧਰ ਤੇ। ਪੰਜਾਬੀਆਂ ਨੇ ਸਾਬਤ ਕੀਤਾ ਪਿਛਲੇ ਉਸ ਸਮੇਂ ਦੇ ਵਿੱਚ ਕਿ ਇਸ ਤਰੀਕੇ ਨਾਲ ਹੁਣ ਵੀ ਮੈਨੂੰ ਲੱਗਦਾ ਕਿ ਜਿਹੜਾ ਕਿਸਾਨ ਯੂਨੀਅਨ ਦਾ 20 ਤਰੀਕ ਦਾ ਸੱਦਾ ਹੈ, ਇਹ ਲਗਭਗ ਉਹ ਹੈ ਜਿਹੜੀ ਸੱਦਾ ਕਿ ਸੜਕ ਆਪਣੇ ਆਪਣੇ ਪਿੰਡਾਂ 'ਚੋਂ ਆਪਣੇ 5-5 7-7 ਕਿਲੋਮੀਟਰ ਹਰੇਕ ਬਲਾਕ ਦੇ ਵਿੱਚ ਲਿਆ ਕੇ ਖੜੇ ਕਰ ਲਓ ਸੜਕਾਂ ਦੇ ਕਿਨਾਰਿਆਂ ਤੇ ਟਰੈਕਟਰ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਇੰਨੇ ਕਿਸਾਨ ਅੱਜ ਸੜਕਾਂ ਤੇ ਨੇ, ਬਾਵਜੂਦ ਇਹਦੇ ਕਿ ਇਕੱਠ ਕਰਨ ਤੇ ਪਾਬੰਦੀ ਹੈ, ਪਰ ਉਹਨੂੰ ਫੋਲੋ ਕਰਦੇ ਹੋਏ ਵੀ ਲਾਈਨਾਂ ਦੇ ਵਿੱਚ ਖੜੇ ਨੇ। ਔਰ ਕੱਲ ਨੂੰ ਇਹੋ ਜਿਹਾ ਹੀ ਸੱਦਾ ਫਿਰ ਟਰੈਕਟਰਾਂ ਦੀ ਬਜਾਏ ਲੋਕਾਂ 'ਚ ਵੈਸੇ ਵੀ ਹੋ ਸਕਦਾ ਕਿ ਵੀ ਆਪਣੇ ਆਪਣੇ ਪਿੰਡਾਂ 'ਚ ਇਕੱਠ ਨਾ ਕਰੋ ਤੇ ਐਂ ਦੂਰ ਦੂਰ ਖੜ ਕੇ ਸਾਰੇ ਪੰਜਾਬ, ਜਿਵੇਂ ਹਿਊਮਨ ਚੇਨ ਬਣਦੀ ਹੁੰਦੀ ਹੈ ਇੱਕ, ਔਰ ਇਹ ਵੀ ਇੱਕ ਐਕਸ਼ਨ ਲੋਕ ਜਥੇਬੰਦੀਆਂ ਬਾਰ-ਬਾਰ ਪਹਿਲਾਂ ਤੋਂ ਕਰਦੀਆਂ ਆਈਆਂ ਨੇ, ਇੱਕ ਪ੍ਰਚਲਿਤ ਐਕਸ਼ਨ ਹੈ। ਉਹ ਐ ਹੱਥ ਨਹੀਂ ਫੜਨਗੇ ਚੇਨ ਦੇ ਰੂਪ 'ਚ, ਹੱਥ ਅੰਦਰ ਫਾਸਲਾ ਰੱਖ ਲੈਣਗੇ, ਫਾਸਲਾ ਕਰਕੇ ਕਰ ਸਕਣਗੇ, ਔਰ ਰਾਏ ਦੇਣ ਦੇ ਨਵੇਂ ਮੈਥਡ, ਨਵੇਂ ਢੰਗ ਤਰੀਕੇ ਵੀ ਲੋਕ ਲੱਭ ਲੈਣਗੇ ਮੇਰਾ ਖਿਆਲ ਹੈ ਉਸ ਤਰੀਕੇ ਦੇ। ਤੇ ਜਦੋਂ ਆਵਾਜ਼ ਕੋਈ ਬੰਦ ਕਰਨਾ ਚਾਹੁੰਦਾ ਤਾਂ ਫਿਰ ਵੀ ਕਿਵੇਂ ਸੁਣਾਉਣੀ ਹੈ। ਔਰ ਜੇ ਪੰਜਾਬ ਦਾ 20 ਲੱਖ 10 ਲੱਖ ਬੰਦਾ ਸੜਕਾਂ ਤੇ ਉਵੇਂ ਦੂਰ ਦੂਰ ਆਪਦੇ ਪਿੰਡ ਆ ਕੇ 2-2 ਘੰਟੇ ਖੜ ਜਾਏਗਾ ਪੰਜਾਬ ਦੇ ਵਿੱਚ, ਕਰੋਨਾ ਵੀ ਨਹੀਂ ਆਏਗਾ, ਤਾਂ ਵੀ ਰੂਲਰ ਨੂੰ ਸੁਣਨਾ ਪਏਗਾ। ਪਿੱਛੇ ਜੇ ਕੁਝ ਸਮਾਂ ਪਹਿਲਾਂ ਹੀ ਫਰਾਂਸ ਵਿੱਚ ਕਿਸਾਨਾਂ ਨੇ ਆਪਣੇ ਆਪਣੇ ਟਰੈਕਟਰ ਸ਼ਹਿਰਾਂ ਵਿੱਚ ਲੈ ਕੇ ਦੁਰੇਡੇ ਪੇਂਡੂ ਖੇਤਰਾਂ ਵਿੱਚੋਂ ਉਹ ਆਏ ਸਨ ਤੇ ਵੱਡੇ ਸ਼ਹਿਰਾਂ ਵਿੱਚੋਂ ਆਪਣੇ ਟਰੈਕਟਰ ਲੈ ਕੇ ਪਹੁੰਚੇ ਸਨ ਅਤੇ ਆਪਣੀਆਂ ਮੰਗਾਂ ਦੱਸੀਆਂ ਸਨ, ਸਰਕਾਰ ਤੱਕ ਪੁੱਜਦੀਆਂ ਕੀਤੀਆਂ ਸਨ ਤੇ ਸਿਸਟਮ ਤੱਕ ਪੁੱਜਦੀਆਂ ਕੀਤੀਆਂ ਸਨ। ਤੇ ਹੁਣ ਵੀ ਇਹ ਕਿਸਾਨਾਂ ਦਾ ਤੇ ਮੁਲਾਜ਼ਮਾਂ ਦਾ ਰੋਸ ਜਾਂ ਉਹਨਾਂ ਦੀਆਂ ਆਪਣੀਆਂ ਮੰਗਾਂ
ਜੋ ਵੀ ਉਹ ਕਹਿਣਾ ਚਾਹੁੰਦੇ ਨੇ ਉਹ ਸਾਰਾ ਹੀ ਆਪਣੀ ਦੁੱਖ ਤਕਲੀਫਾਂ ਦੱਸਣੀਆਂ ਚਾਹੁੰਦੇ ਨੇ ਤੇ ਮੇਰਾ ਖਿਆਲ ਹੈ ਸਰਕਾਰ ਤੱਕ ਪਹੁੰਚਾਉਣ ਦੇ ਉਹਨਾਂ ਕੋਲੇ ਬਹੁਤ ਢੰਗ ਤਰੀਕੇ ਨੇ ਤੇ ਸਰਕਾਰ ਨੂੰ ਥੋੜਾ ਜਿਹਾ ਨਹੀਂ ਕਾਫੀ ਹੱਦ ਤੱਕ ਨਰਮ ਤੇ ਲੋਕਾਂ ਦੇ ਮੁਤਾਬਕ ਹੋਣਾ ਪਏਗਾ। ਕੀ ਤੁਸੀਂ ਮੰਨਦੇ ਹੋ ਇਹ? ਨਹੀਂ, ਜੇ ਸਰਕਾਰ ਲੋਕਾਂ ਦੀ ਆਪਣੇ ਆਪ ਨੂੰ ਲੋਕਾਂ ਦੀ ਸਰਕਾਰ ਕਹਾਉਂਦੀ ਹੈ ਤਾਂ ਲੋਕਾਂ ਦੀ ਰਾਏ ਦੀ ਕਦਰ ਕਰਨਾ ਉਹਦੀ ਜ਼ਿੰਮੇਵਾਰੀ ਹੈ ਜੀ। ਜੇ ਉਹ ਇਹ ਕਹਿੰਦੀ ਹੈ ਵੀ ਇੱਕ ਵਾਰ ਬਣ ਗਿਆ ਹੁਣ 5 ਸਾਲ ਕੋਈ ਹਟਾ ਨਹੀਂ ਸਕਦਾ, 1.5 ਸਾਲ ਬਚੇ ਅਸੀਂ ਲੋਕਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ, ਫਿਰ ਨਾ ਸੁਣੋ। ਜਮਹੂਰੀਅਤ ਦੇ ਵਿੱਚ ਹਮੇਸ਼ਾ ਪਬਲਿਕ ਓਪੀਨੀਅਨ ਦੀ ਬਹੁਤ ਵੱਡੀ ਕਦਰ ਹੁੰਦੀ ਹੈ। ਔਰ ਤੁਸੀਂ ਅਮਰੀਕਾ ਦਾ ਢਾਂਚਾ ਦੇਖੋ ਕਿ ਇੱਕ ਬੰਦਾ ਗੋਡਾ ਰੱਖ ਕੇ ਧੌਣ ਤੇ ਮਰਿਆ, ਬਹੁਤ ਮਾੜੀ ਗੱਲ ਹੈ। ਪੁਲਿਸ ਦਾ ਉਹ ਛੋਟੀ ਵੀਡੀਓ ਪਈ ਹੈ, ਹਾਂ ਬਹੁਤ ਦੁਖਦਾਈ ਤੇ ਘਟਨਾ ਉਹਦੇ ਨਾਲ ਸੀ। ਹੋਇਆ ਕੀ ਹੈ, ਕਰੋਨਾ ਦੇ ਵਿੱਚ ਹੀ ਟੋਟਲ ਅਮਰੀਕਾ ਖੜਾ ਹੋਇਆ। ਲੋਕ ਅਮਰੀਕਾ ਦੇ ਜਿਹੜੇ Black Lives ਇਕੱਲੇ Matters। ਕਾਲੇ ਨਹੀਂ ਖੜੇ ਹੋਏ, ਮਤਲਬ ਨਾਲ ਉਹਨਾਂ ਦੇ ਦੂਜੇ ਲੋਕ ਵੀ ਸੀ। ਔਰ ਅਮਰੀਕਨ ਪ੍ਰੈਜ਼ੀਡੈਂਟ ਨੂੰ 3 ਦਿਨ ਭੋਰੇ 'ਚ ਛੁਪਣਾ ਪਿਆ। ਔਰ ਜਦੋਂ ਉਹ ਕਹਿੰਦਾ ਕਿ ਮਿਲਟਰੀ ਲਾ ਦਿਓ ਤਾਂ ਮਿਲਟਰੀ ਜਵਾਬ ਦੇ ਦਿੰਦੀ ਹੈ। ਜਨਰਲ ਕਹਿੰਦਾ ਵੀ ਅਸੀਂ ਭਾਈ ਇਹਨਾਂ ਕੰਮਾਂ ਲਈ ਨਹੀਂ, ਅਸੀਂ ਬਾਹਰ ਲੜਨ ਲਈ ਹਾਂ। ਨਹੀਂ ਬਲਕਿ ਪੁਲਿਸ ਵਾਲੇ ਇਹ ਵੀ ਕਿਹਾ ਜਾਂਦਾ ਕਿ ਉਹ ਆਪਣੀ ਸੀਮਾ 'ਚ ਰਹਿਣ। ਟਰੰਪ ਈਵਨ ਨਹੀਂ, ਇੱਕ ਸ਼ਹਿਰ ਦੇ ਪੁਲਿਸ ਹੈਡ ਨੇ ਕਿਹਾ ਉਹਨੂੰ ਕਿ ਜੇ ਚੱਜ ਦੀ ਗੱਲ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਜ਼ੁਬਾਨ ਬੰਦ ਰੱਖੋ, ਜ਼ੁਬਾਨ ਬੰਦ ਰੱਖੋ। ਔਰ ਇੱਕ ਮੇਅਰ ਨੇ ਕਿਹਾ ਕਿ ਮੈਂ ਨਹੀਂ ਤੇਰਾ ਲਾਗੂ ਕਰਦਾ ਜੋ ਤੂੰ ਕਰੇਗਾ। ਮਤਲਬ ਇੱਕ ਤਾਂ ਉੱਥੇ ਡੀਸੈਂਟਰਲਾਈਜੇਸ਼ਨ ਹੈ, ਇਹਦਾ ਮਤਲਬ ਹਿਊਮਨ ਰਾਈਟਸ ਦੀ ਆਪਣੀ ਲੋਕਾਂ ਦੇ ਵਿੱਚ ਲੜਨ ਦੀ ਵੀ ਇੱਕ ਜਾਗਰੂਕਤਾ ਦਾ ਲੈਵਲ ਵੀ ਉਸ ਪੱਧਰ ਦਾ ਹੈਗਾ। ਤੀਜੀ ਗੱਲ ਇਹ ਵੀ ਹੈ ਕਿ ਲੋਕ ਇਹ ਅਸਰਟ ਕਰਦੇ ਨੇ ਕਿ ਉਹਨੂੰ ਪਤਾ ਹੈ ਕਿ ਜੇ ਅੱਜ ਇਸ ਗੱਲ ਲਈ ਸਰੈਂਡਰ ਕਰ ਗਏ ਤਾਂ ਕੱਲ ਨੂੰ ਸਾਡਾ ਵੀ ਮਤਲਬ ਜਿਹੜਾ ਸਾਡਾ ਵੀ ਇਹ ਹਸ਼ਰ ਹੋ ਸਕਦਾ ਹੋ ਜਾਏਗਾ, ਉਹ ਹਸਰ ਹੋ ਸਕਦਾ। ਇਸ ਕਰਕੇ ਉਹ ਚੀਜ਼ ਇਹ ਦੱਸਦੀ ਹੈ ਉੱਥੇ ਵੀ ਕਰੋਨਾ ਸੀ, ਸਾਰਾ ਕੁਝ ਸੀਗਾ ਤੇ ਲੋਕਾਂ ਨੇ ਇੱਕ ਮੂਵਮੈਂਟ ਲੜੀ ਹੈ। ਸਾਡੇ ਅਸਲ 'ਚ ਦਿੱਕਤ ਇਹ ਆ ਗਈ ਹੈ ਸਾਡੇ ਦੇਸ਼ 'ਚ, ਜਿਹੜੇ ਲੀਡਰਸ਼ਿਪ ਹੈ ਘੱਟੋ ਘੱਟ ਜਨਤਕ ਜਥੇਬੰਦੀਆਂ ਤੇ ਪੋਲੀਟੀਕਲ ਲੀਡਰਸ਼ਿਪ ਹੈ ਉਹ ਕਾਫੀ ਹੱਦ ਤੱਕ ਵੀਕ ਦਿਖਾਈ ਦਿੱਤੀ ਹੈ, ਕਮਜ਼ੋਰ ਦਿਖਾਈ ਦਿੱਤੀ ਹੈ ਇਹਨਾਂ ਦਿਨਾਂ ਦੇ ਵਿੱਚ ਆ ਸਾਰੇ ਮੁੱਦਿਆਂ ਦੇ ਉੱਤੇ। ਔਰ ਉਹ ਲੀਡਰਸ਼ਿਪ ਦੀ ਪ੍ਰਸੰਗਿਕਤਾ ਤਾਂ ਹੀ ਰਹਿਣੀ ਹੈ ਜੇਕਰ ਉਹ ਇਸ ਸੰਕਟਮਈ ਦੌਰ ਦੇ ਵਿੱਚ ਲੋਕਾਂ ਦੀ ਮਤਲਬ ਜੋਖਮ ਉਠਾ ਕੇ ਵੀ ਅਗਵਾਈ ਕਰਨਗੇ। ਔਰ ਜਿਹੜੀ ਕਿ ਹੁਣ ਮੈਨੂੰ ਲੱਗਦਾ ਪੰਜਾਬੀਆਂ ਦੇ ਵਿੱਚੋਂ ਜਿਹੜੀ ਆਵਾਜ਼ ਇਹਨਾਂ ਆਰਡੀਨੈਂਸਾਂ ਤੇ ਜਾਂ ਬਾਕੀਆਂ ਤੇ ਆ ਰਹੀ ਹੈ ਜਾਂ ਉਧਰ ਫਾਈਨਾਂਸ ਦੇ ਮਾਮਲੇ 'ਚ ਮਜ਼ਦੂਰਾਂ 'ਚ ਆ ਰਹੀ ਹੈ ਜਾਂ ਬਾਕੀ, ਉਹ ਦਿਖਾਈ ਦੇ ਰਹੀ ਹੈ ਕਿ ਲੋਕ ਉਸ ਮੂਡ 'ਚ ਆਉਂਦੇ ਜਾਂਦੇ ਨੇ ਕਿ ਡੈਮੋਕ੍ਰੈਟਿਕ ਸਟਰਗਲ ਤੇ ਜਮਹੂਰੀ ਲੜਾਈ ਆਪਣੇ ਹੱਕਾਂ ਲਈ ਜਾਂ ਆਪਣੇ ਭਵਿੱਖ ਲਈ ਲੜਨੀ ਪਏਗੀ, ਇਹ ਤੋਂ ਬਿਨਾਂ ਚਾਰਾ ਨਹੀਂ ਹੈ। ਸ਼ਾਇਦ ਇਹ ਸਾਰੇ ਸੱਦੇ ਉਸ ਗੱਲ ਦਾ ਸੰਕੇਤ ਕਰਦੇ ਨੇ, ਉਸ ਗੱਲ ਦਾ। ਜੇ ਸਿਆਸੀ ਲੀਡਰ ਵੀ, ਸਾਡੀ ਸਰਕਾਰ ਵਿੱਚ ਬੈਠੇ ਲੀਡਰ ਵੀ ਅਤੇ ਆਮ ਲੋਕਾਂ ਦੇ ਲੀਡਰ ਵੀ ਜੇ ਆਪਣੀ ਪ੍ਰਸੰਗਿਕਤਾ ਵਿਹਾਰਕਤਾ ਬਣਾਈ ਰੱਖਣਾ ਚਾਹੁੰਦੇ ਨੇ ਤੇ ਸੀਨ 'ਚ ਬਣੇ ਰਹਿਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਲੋਕਾਂ ਦੇ ਮਸਲੇ ਸੁਣਨੇ ਪੈਣਗੇ। ਇਹ ਹਮੀਰ ਸਿੰਘ ਹੋਰਾਂ ਨੇ ਕੁੱਲ ਤੱਤ ਜੋ ਖੁਲਾਸਾ ਇਹ ਕੀਤਾ ਆ। ਤੇ ਪਾਬੰਦੀਆਂ ਇਹਨਾਂ ਨੇ ਵੀ ਆਖਿਆ ਉਹ ਗਲਤ ਨੇ ਜੋ ਪੰਜਾਬ ਸਰਕਾਰ ਵੱਲੋਂ ਲਾਈਆਂ ਗਈਆਂ ਨੇ। ਤੇ ਸੋ ਹੁਣ ਇਹ ਲੀਡਰਾਂ ਨੂੰ, ਹਰ ਤਰ੍ਹਾਂ ਦੇ ਲੀਡਰਾਂ ਨੂੰ, ਲੋਕ ਲੀਡਰਾਂ ਨੂੰ ਵੀ ਤੇ ਸਿਆਸੀ ਲੀਡਰਾਂ ਨੂੰ ਵੀ ਇਹ ਬੇਨਤੀ ਹੀ ਕਰ ਸਕਦੇ ਹਾਂ ਆਪਾਂ ਤਾਂ ਕਿ ਉਹ ਲੋਕਾਂ ਦੇ ਮਸਲੇ ਸੁਣਨ ਤੇ ਇਸ ਤਰ੍ਹਾਂ ਦੀਆਂ ਪਾਬੰਦੀਆਂ ਹਟਵਾਉਣ ਲਈ ਇਕਜੁੱਟ ਹੋਣ ਤੇ ਇਸੇ ਵਿੱਚ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਹੈ। ਹਮੀਰ ਸਿੰਘ ਜੀ, ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਸਾਡੇ ਟੀਵੀ ਚੈਨਲ ਨੂੰ ਦਿੱਤਾ, ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ ਤੇ ਅੱਗੇ ਨੂੰ ਵੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਤਦ ਤੱਕ ਲਈ ਧੰਨਵਾਦ ਜੀ, ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।